ਜਦੋਂ ਪਹਿਲਾਂ ਲੜਕੀਆਂ ਜਿਹੜੀਆਂ ਨਾਲ ਧੋਖਾ ਹੁੰਦਾ ਸੀ ਉਹਨਾਂ ਨੂੰ ਕਹਿੰਦੇ ਸੀ ਨੋਵੇਅਰ ਬ੍ਰਾਈਡਸ, ਹੌਲੀਡੇ ਬ੍ਰਾਈਡਸ। ਐਸੇ 6-6 7-7 8-8 ਵਿਆਹ ਕਰਵਾਉਣ ਵਾਲੇ ਲਾੜੇ ਵੀ ਸੀਗੇ ਤੇ ਉਹਨਾਂ ਨੂੰ ਜਦੋਂ ਅਸੀਂ ਐਕਸਪੋਜ਼ ਕੀਤਾ, ਇਸ ਦੇ ਵਿੱਚ ਪ੍ਰੀ ਨੈਪਚੁਅਲ ਐਗਰੀਮੈਂਟਸ ਜਾਂ ਪੋਸਟ ਨੈਪਚੁਅਲ ਐਗਰੀਮੈਂਟਸ ਨਹੀਂ ਕੀਤੇ ਜਾ ਸਕਦੇ। These are only passport marriages or IELTS brides or nowhere brides or holiday brides. ਕਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਅੱਜ ਪਤਾ ਨਹੀਂ ਕੀ ਹੋ ਗਿਆ। ਆਪਾਂ ਪਿੱਛੇ ਪਹਿਲਾਂ ਜ਼ਿਕਰ ਕਰਦੇ ਹੁੰਦੇ ਸੀ ਕਿ ਪੰਜਾਬ ਤੋਂ ਜਾਂ ਭਾਰਤ ਦੇ ਵਿੱਚੋਂ ਬ੍ਰੇਨ ਡਰੇਨ ਹੋ ਰਿਹਾ ਹੈਗਾ, ਪਰ ਮੈਨੂੰ ਤਾਂ ਲੱਗਦਾ ਹੁਣ ਬ੍ਰੇਨ ਡਰੇਨ ਤਾਂ ਕੀ, ਹੁਣ ਤਾਂ ਪੂਰਾ ਭਾਰਤ ਹੀ ਜਿਹੜਾ ਹੈਗਾ ਉਹ ਡਰੇਨ। ਬ੍ਰੇਨ ਨਹੀਂ, ਮੈਂ ਕਹਿ ਰਹੀ ਹਾਂ ਪੂਰੀ ਬਾਡੀ ਡਰੇਨ ਹੋ ਰਹੀਆਂ ਨੇ। ਤੁਸੀਂ ਕਹਿ ਰਹੇ ਹੋ ਪੂਰਾ ਸਿਸਟਮ ਡਰੇਨ ਹੋ ਰਿਹਾ ਹੈ। ਸਾਰੀ ਕੰਟਰੀਜ਼ ਦੀ 에ਅਰਲਾਈਨਸ ਨੂੰ ਖੜੇ ਕਰ ਦਿਓ ਔਰ ਪੰਜਾਬੀਆਂ ਨੂੰ ਕਹੋ ਵੀ ਜਿਸ ਪਲੇਨ 'ਚ ਚੜ੍ਹਨਾ ਚੜ੍ਹ ਜਾਓ, ਮਤਲਬ ਅੱਜ ਸਾਰੇ ਲੈ ਕੇ ਜਾਣਗੇ ਤੁਹਾਨੂੰ, ਤਾਂ ਉਹ ਮਤਲਬ ਜਿਹੜਾ ਹੈਗਾ ਸ਼ਾਇਦ ਸ਼ਾਮ ਤੱਕ ਪੰਜਾਬ ਖਾਲੀ ਹੋ ਜਾਏਗਾ। ਕੋਈ ਇਹੋ ਜਿਹਾ ਉਪਾਅ ਹੈਗਾ ਕਿ ਇਹਨਾਂ ਮੁੰਡਿਆਂ ਨੂੰ ਅਸੀਂ ਬਚਾ ਸਕੀਏ, ਪੰਜਾਬ ਦੀ ਨੌਜਵਾਨੀ ਨੂੰ ਬਚਾ ਲਈਏ, ਮੁੰਡੇ ਕੁੜੀਆਂ ਦੋਨਾਂ ਨੂੰ ਹੀ ਅਸੀਂ ਦੇਖੋ, ਅਗਰ ਸਾਡੀਆਂ ਸਰਕਾਰਾਂ ਇਸ ਚੀਜ਼ ਨੂੰ ਉਠਾਉਣਗੀਆਂ ਤਾਂ ਮੇਰਾ ਖਿਆਲ ਹੈ ਕਿ ਬਹੁਤ ਵੱਡਾ ਮਸਲਾ ਨਹੀਂ ਹੈ ਕਿ ਸੁਸਾਈਡ ਕਰਨਾ। ਮੇਰਾ ਖਿਆਲ ਹੈ ਇਹ ਕਿਸੇ ਚੀਜ਼ ਦਾ ਹੱਲ ਨਹੀਂ ਹੈ। ਕੀ ਉਹ ਜੇਕਰ ਕਾਨੂੰਨੀ ਤਰੀਕੇ ਦੇ ਨਾਲ ਇਸ ਲੜਾਈ ਨੂੰ ਲੜਨ ਤਾਂ ਉਹਨਾਂ ਨੂੰ ਇਨਸਾਫ ਮਿਲ ਸਕਦਾ ਹੈ? ਬਿਲਕੁਲ ਮਿਲ ਸਕਦਾ ਹੈ। ਅਗਰ ਇਹ ਸਿਸਟਮ ਬਦਲਣਾ ਜਾਂ ਅਸੀਂ ਦੇਸ਼ ਨੂੰ ਬਦਲਣਾ ਜਾਂ ਅਸੀਂ ਆਪਣੇ ਯੂਥ ਤੋਂ ਉਹ ਚੀਜ਼ ਕੱਢਣੀ ਹੈ ਕਿ ਉਹ ਸਾਡੇ ਲਈ ਇੱਕ ਭੀੜ ਨਾ ਬਣ ਕੇ ਇੱਕ ਐਸੈਟ ਬਣਨ, ਤਾਂ ਮੇਰਾ ਖਿਆਲ ਹੈ ਫਿਰ ਉਹ 2-3% ਆਬਾਦੀ ਨੂੰ ਬਦਲਣਾ ਪਏਗਾ। ਸੋਸ਼ਲ ਮੀਡੀਆ ਤੇ ਪਿਛਲੇ ਕੁਝ ਦਿਨਾਂ ਤੋਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਕਈ ਸਵਾਲ ਖੜੇ ਕਰ ਰਹੀਆਂ ਨੇ। ਹਾਲਾਂਕਿ ਬਹੁਤ ਸਾਰੀ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆਉਂਦੀਆਂ ਨੇ, ਪਰ ਪਿਛਲੇ ਕੁਝ ਦਿਨਾਂ ਤੋਂ ਜੋ ਖਬਰਾਂ ਕੈਨੇਡਾ, ਅਮਰੀਕਾ ਜਾਂ ਆਸਟ੍ਰੇਲੀਆ ਦੀ ਗੱਲ ਕਰ ਲਈਏ, ਇਹਨਾਂ ਥਾਵਾਂ ਤੋਂ ਕੁੜੀਆਂ ਦੇ ਵੱਲੋਂ ਦਿੱਤੇ ਜਾ ਰਹੇ ਧੋਖੇ ਦੇ ਨਾਲ ਸੰਬੰਧਿਤ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਉਸਨੇ ਬਹੁਤ ਸਾਰੀ ਚਿੰਤਾ ਆਮ ਲੋਕਾਂ ਦੇ ਵਿੱਚ ਵਧਾ ਦਿੱਤੀ ਹੈ। ਉਸਨੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਖੜੇ ਕਰ ਦਿੱਤੇ ਨੇ। ਹਾਲ ਹੀ ਦੇ ਵਿੱਚ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ, ਜਿਸ ਦੇ ਵਿੱਚ ਇੱਕ ਨੌਜਵਾਨ ਮੁੰਡਾ ਸੀ, ਆਪਣੀ ਪਤਨੀ ਨਾਲ ਉਸ ਦੀ ਤਸਵੀਰ ਸੀ ਔਰ ਪੋਸਟ ਦੇ ਵਿੱਚ ਲਿਖਿਆ ਹੋਇਆ ਸੀ ਕਿ ਉਸ ਮੁੰਡੇ ਨੇ ਸੁਸਾਈਡ ਕਰ ਲਿੱਤਾ ਹੈ। ਉਸ ਮੁੰਡੇ ਦਾ ਨਾਮ ਲਵਪ੍ਰੀਤ ਸੀ ਔਰ ਉਸ ਦੀ ਪਤਨੀ ਦਾ ਨਾਮ ਬੇਅੰਤ ਕੌਰ ਸੀ, ਜੋ ਕੈਨੇਡਾ ਦੇ ਵਿੱਚ ਬਰੈਂਪਟਨ ਦੇ ਵਿੱਚ ਰਹਿ ਰਹੀ ਹੈ, ਉੱਥੇ ਜੌਬ ਕਰ ਰਹੀ ਹੈ। ਔਰ ਅਜਿਹੀਆਂ ਹੀ ਤਸਵੀਰਾਂ ਜਿਹੜੀਆਂ ਨੇ, ਇਹੋ ਜਿਹੀਆਂ ਹੀ ਪੋਸਟ ਜਿਹੜੀਆਂ ਨੇ ਉਸ ਪੋਸਟ ਦੇ ਆਉਣ ਤੋਂ ਬਾਅਦ ਨਿਕਲ ਕੇ ਹੋਰ ਸਾਹਮਣੇ ਆਉਣ ਲੱਗ ਗਈਆਂ, ਜਿਸ ਦੇ ਵਿੱਚ ਮੁੰਡਿਆਂ ਦੇ ਵੱਲੋਂ ਇਹੀ ਗੱਲ ਕਹੀ ਜਾ ਰਹੀ ਹੈ ਕਿ ਮੇਰੇ ਨਾਲ ਵੀ ਧੋਖਾ ਹੋਇਆ, ਮੈਂ ਵੀ ਆਪਣੀ ਪਤਨੀ ਦੇ ਉੱਤੇ ਪੈਸੇ ਲਗਾ ਕੇ ਉਸ ਨੂੰ ਵਿਦੇਸ਼ ਦੇ ਵਿੱਚ ਭੇਜਿਆ, ਪਰ ਹੁਣ ਉਹ ਮੇਰੇ ਨਾਲ ਗੱਲ ਕਰਨਾ ਬੰਦ ਕਰ ਚੁੱਕੀ ਹੈ, ਮੇਰੇ ਨਾਲ ਕੋਈ ਵੀ ਉਸ ਦਾ ਰਾਹ ਵਾਸਤਾ ਨਹੀਂ ਰਿਹਾ। ਤਾਂ ਪੰਜਾਬ ਕਿੱਧਰਲੇ ਪਾਸੇ ਨੂੰ ਜਾ ਰਿਹਾ ਹੈ? ਪੰਜਾਬ ਦੇ ਵਿੱਚ ਇਹੋ ਜਿਹੀ ਤਸਵੀਰ ਕਿਉਂ ਬਣਦੀ ਹੋਈ ਨਜ਼ਰ ਆ ਰਹੀ ਹੈ? ਕਿਉਂਕਿ ਜੇਕਰ ਇਸ ਤੋਂ ਪਹਿਲਾਂ ਦੀ ਅਸੀਂ ਗੱਲ ਕਰੀਏ, 10 ਸਾਲ ਪਹਿਲਾਂ ਦੀ ਜੇਕਰ ਅਸੀਂ ਗੱਲ ਕਰਦੇ ਹਾਂ, ਤਾਂ ਉਦੋਂ ਖਬਰਾਂ ਇਹ ਨਿਕਲ ਕੇ ਆਉਂਦੀਆਂ ਸੀ ਕਿ ਲਾੜੇ ਵਿਦੇਸ਼ਾਂ ਤੋਂ ਪੰਜਾਬ ਦੇ ਵਿੱਚ ਆਉਂਦੇ ਨੇ, ਕੁੜੀਆਂ ਦੇ ਨਾਲ ਵਿਆਹ ਕਰਦੇ ਨੇ ਔਰ ਫਿਰ ਉਹਨਾਂ ਨੂੰ ਧੋਖਾ ਦੇ ਕੇ ਵਿਦੇਸ਼ ਚਲੇ ਜਾਂਦੇ ਨੇ। ਤਾਂ ਕੀ ਇਹ 10 ਸਾਲਾਂ ਦੇ ਵਿੱਚ ਤਸਵੀਰ ਬਦਲੀ ਹੈ? ਇਹਨਾਂ 10 ਸਾਲਾਂ ਦੇ ਵਿੱਚ ਹੁਣ ਲਾੜੇ ਦੀ ਥਾਂ ਦੇ ਉੱਤੇ ਲਾੜੀ ਦੇ ਧੋਖੇ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆ ਰਹੇ ਨੇ। ਇਸ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਸੀਨੀਅਰ ਐਡਵੋਕੇਟ ਦਲਜੀਤ ਕੌਰ ਜੀ ਹੋਣੀ ਮੌਜੂਦ ਨੇ, ਜਿਹੜੇ ਕਿ ਪਿਛਲੇ ਬਹੁਤ ਲੰਬੇ ਸਮੇਂ ਤੋਂ ਇਸ ਮੁੱਦੇ ਦੇ ਉੱਤੇ ਰਿਸਰਚ ਕਰ ਰਹੇ ਨੇ। ਹਾਲਾਂਕਿ ਸਰਕਾਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਕਾਨੂੰਨ ਇਸ ਨੂੰ ਲੈ ਕੇ ਬਣਾਇਆ ਜਾਵੇ ਉਸ ਨੂੰ ਲੈ ਕੇ ਕੇਂਦਰ ਤੱਕ ਅਪਰੋਚ ਕਰ ਰਹੇ ਨੇ, ਪਰ ਹਾਲਾਤ ਕੀ ਹੈਗੇ ਨੇ, ਸਥਿਤੀ ਕੀ ਹੈਗੀ ਹੈ, ਇਸ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੈਮ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਟੀਵੀ ਪੰਜਾਬ ਤੇ। ਥੈਂਕ ਯੂ ਜੀ। ਮੈਮ, ਹਾਲਾਤ ਕੀ ਬਣ ਚੁੱਕੇ ਨੇ ਇਸ ਵੇਲੇ? ਕਿਉਂਕਿ ਜੋ ਪਿਛਲੇ 2-3 ਦਿਨਾਂ ਤੋਂ ਅਸੀਂ ਖਬਰਾਂ ਦੇਖ ਰਹੇ ਹਾਂ, ਉਸਨੇ ਸਾਨੂੰ ਵੀ ਮਜਬੂਰ ਕਰਤਾ ਇੱਕ ਵਾਰ ਕਿ ਇਸ ਦੇ ਉੱਤੇ ਕੋਈ ਗੱਲਬਾਤ ਕੀਤੀ ਜਾਵੇ, ਆਮ ਲੋਕਾਂ ਤੱਕ ਸੁਨੇਹਾ ਪਹੁੰਚਾਇਆ ਜਾਵੇ। ਆਮ ਲੋਕ ਜਿਹੜੇ ਇਸ ਵੇਲੇ ਪਰੇਸ਼ਾਨ ਹੋ ਰਹੇ ਨੇ, ਜਿਹੜੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਉਹਨਾਂ ਨੂੰ ਕੋਈ ਰਾਹ ਜਿਹੜਾ ਹੈਗਾ ਦਿਖਾਇਆ ਜਾਵੇ। ਇਸ ਵੇਲੇ ਦੇ ਮੌਜੂਦਾ ਹਾਲਾਤ ਤੁਹਾਨੂੰ ਕੀ ਨਜ਼ਰ ਆ ਰਹੇ ਨੇ? ਮੈਂ ਸਮਝਦੀ ਹਾਂ ਕਿ ਇਹ ਜਿਹੜਾ ਹੈਗਾ ਇੱਕ ਵਿਸਫੋਟ ਹੋਇਆ, ਜਿਸ ਨੂੰ ਤੁਸੀਂ ਵਿਸਫੋਟ ਦੇ ਰੂਪ 'ਚ ਦੇਖੋ, ਜਦੋਂ ਕਿ ਇਹ ਅੱਗ ਸੁਲਗਦੇ ਨੂੰ ਬਹੁਤ ਸਾਲ ਹੋ ਚੁੱਕੇ ਨੇ, ਬਹੁਤ ਦਹਾਕੇ ਹੋ ਚੁੱਕੇ ਨੇ। ਜਦੋਂ ਮੈਨੂੰ ਯਾਦ ਹੈ ਕਿ 2002 ਦੇ ਵਿੱਚ ਅਸੀਂ ਲੜਕੀਆਂ
ਦੇ ਜਿਹੜੇ ਹੈਗੇ ਆ ਕੇਸਿਸ ਨੂੰ ਲੈ ਕੇ NRI ਜਿਹੜਾ ਕਿ ਲੜਕੇ ਆ ਕੇ ਬਾਹਰੋਂ ਵਿਆਹ ਕਰਵਾ ਕੇ ਜੋ ਧੋਖਾ ਦੇ ਕੇ ਜਾਂਦੇ ਸੀ, ਉਹਦੇ ਲਈ ਫਸਟ ਰਿਪਰੈਜ਼ੈਂਟੇਸ਼ਨ CM ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ 2002 ਦੇ ਵਿੱਚ ਦਿੱਤੀ ਸੀ, ਜਿਹਦੇ ਉੱਤੇ 60 MPs ਆਫ ਡਿਫਰੈਂਟ ਪੋਲੀਟੀਕਲ ਪਾਰਟੀਜ਼ ਦੇ ਸਿਗਨੇਚਰ ਸੀਗੇ ਔਰ ਉਹਨਾਂ ਨੂੰ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਹਜ਼ਾਰਾਂ ਲੜਕੀਆਂ ਜਿਹੜੀਆਂ ਹੈਗੀਆਂ ਇਸ ਦੁੱਖ ਨਾਲ ਪੀੜਿਤ ਨੇ, ਲੱਖਾਂ ਲੋਕ ਇਸ ਦੇ ਵਿੱਚ ਜਿਹੜਾ ਹੈਗਾ ਬੇਇਨਸਾਫੀ ਨਾਲ ਪੀੜਿਤ ਨੇ। ਅਸੀਂ ਉਸ ਤੇ ਗੱਲ ਕਰਦੇ ਆਈ ਥਿੰਕ ਪਤਾ ਨਹੀਂ ਸ਼ਾਇਦ ਮੈਂ ਇਕੱਲੀ ਲਾਇਰ ਹੋਵਾਂ ਜੋ 2002 ਤੋਂ ਲੈ ਕੇ ਹੁਣ ਤੱਕ ਇਸ ਇਸ਼ੂ ਤੇ ਇੰਡੀਆ ਐਜ਼ ਵੈਲ ਐਜ਼ 20 ਕੰਟਰੀਜ਼ ਦੇ ਵਿੱਚ ਕੰਮ ਕਰ ਰਹੀ ਹਾਂ ਔਰ ਇਸ ਦੇ ਉੱਪਰ ਅਸੀਂ ਨੈਸ਼ਨਲ ਕਮਿਸ਼ਨ ਫਾਰ ਵੂਮਨ, ਸਟੇਟ ਕਮਿਸ਼ਨ, ਜਿਹੜੇ ਹਾਈ ਕਮਿਸ਼ਨਸ ਆਫ ਇੰਡੀਆ ਜਾਂ ਅਲੱਗ-ਅਲੱਗ ਮਿਨਿਸਟਰੀਜ਼ ਜੋ ਇਹਦੇ ਵਿੱਚ ਇਨਵੋਲਵ ਨੇ ਉਹਨਾਂ ਨਾਲ ਕੰਮ ਕੀਤਾ ਹੈਗਾ। ਇਸ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਬਹੁਤ ਦੇਰ ਤੋਂ ਧੁਖ ਰਹੀਆਂ ਨੇ ਔਰ ਅੱਜ ਜਿਹੜਾ ਹੈਗਾ ਵਿਸਫੋਟ ਹੋ ਕੇ ਤੁਹਾਡੇ ਸਾਹਮਣੇ ਆਇਆ ਜਦੋਂ ਇੱਕ ਬੱਚੇ ਨੇ ਸੁਸਾਈਡ ਕਰ ਲਿਆ। ਇਹ ਅੱਜ ਦੀ ਗੱਲ ਹੈ ਕਿ ਇੱਕ ਬੱਚਾ ਤੁਹਾਡੇ ਸਾਹਮਣੇ ਆਇਆ, ਐਸੇ ਬਹੁਤ ਸਾਰੇ ਲੜਕੇ ਆ ਜਿਨ੍ਹਾਂ ਨੇ ਸੁਸਾਈਡ ਕੀਤਾ। ਪਹਿਲਾਂ ਬਹੁਤ ਸਾਰੀਆਂ ਲੜਕੀਆਂ ਸੀ ਜਿਨ੍ਹਾਂ ਨੇ ਸੁਸਾਈਡ ਕੀਤਾ। ਲੜਕੀਆਂ ਦੇ ਵਿੱਚ ਸੁਸਾਈਡ ਦੀ ਟੈਂਡੈਂਸੀ ਘੱਟ ਹੁੰਦੀ ਹੈ ਕਿਉਂਕਿ ਉਹ ਅੰਦਰੋਂ ਆਪਣੇ ਆਪ ਨੂੰ ਮਜ਼ਬੂਤ ਸਮਝਦੀਆਂ ਜਾਂ ਆਪਣੇ ਆਪ ਨੂੰ ਮਤਲਬ ਉਹ ਕੋਈ ਨਾ ਕੋਈ ਰਸਤਾ ਕੱਢ ਕੇ ਆਪਣੀ ਲਾਈਫ ਨੂੰ ਜੀਣ ਦੇ ਵਿੱਚ ਕਾਬਿਲ ਹੁੰਦੀਆਂ ਨੇ। ਅਤੇ ਲੜਕੀਆਂ ਦੇ ਨਾਲ ਬਹੁਤ ਅਨਿਆਏ ਹੋਇਆ, ਲੇਕਿਨ ਜੋ ਲੜਕਿਆਂ ਨਾਲ ਹੁਣ ਸੁਸਾਈਡ ਵਾਲੀ ਗੱਲ ਹੈਗੀ ਹੈ ਬਹੁਤ ਜ਼ਿਆਦਾ ਚਿੰਤਾਜਨਕ ਮੈਂ ਸਮਝਦੀ ਹਾਂ। ਇਸ ਦੇ ਵਿੱਚ ਬਿਲਕੁਲ ਡਿੱਟੋ ਜੇ ਤੁਸੀਂ ਪਹਿਲਾਂ ਸੀਗਾ ਕਿ ਲੜਕੇ ਨੂੰ ਲੜਕੀ ਦੀ ਜਗ੍ਹਾ ਬਿਠਾ ਦਿਓ ਅਤੇ ਲੜਕੀ ਨੂੰ ਲੜਕੇ ਦੀ ਜਗ੍ਹਾ ਬਿਠਾ ਦਿਓ, ਬਿਲਕੁਲ ਸਿਚੁਏਸ਼ਨ ਬਿਲਕੁਲ ਸੇਮ ਹੈਗੀ ਹੈ। ਉਹਦੇ ਵਿੱਚ ਸਿਰਫ ਕਿਰਦਾਰ ਬਦਲੇ ਨੇ, ਉਹਨਾਂ ਦੀ ਪੋਜੀਸ਼ਨ ਵਰਸਿਸ ਉਹ ਹੋਈ ਹੈ। ਅਦਰਵਾਈਜ਼ ਜਿਹੜਾ ਹੈਗਾ ਮੇਰੇ ਖਿਆਲ ਹੈ ਉਹਦੇ ਵਿੱਚ ਕੋਈ ਖਾਸ ਫਰਕ ਨਹੀਂ ਹੈਗਾ ਆ ਮੇਰੇ ਹਿਸਾਬ ਨਾਲ। ਕਿਉਂਕਿ ਪਹਿਲਾਂ ਇਹੀ ਖਬਰਾਂ ਆਉਂਦੀਆਂ ਸੀ, ਪਹਿਲਾਂ ਇਹੀ ਜਾਣਕਾਰੀ ਆਉਂਦੀ ਹੁੰਦੀ ਸੀਗੀ ਕਿ ਲਾੜਾ ਜਿਹੜਾ ਹੈਗਾ ਉਹ ਧੋਖਾ ਦੇ ਕੇ ਚਲਾ ਗਿਆ, ਉਹ ਇੱਥੇ ਪੰਜਾਬ ਦੇ ਵਿੱਚ ਆਇਆ ਅਤੇ ਉਸਨੇ ਜਿਹੜਾ ਹੈਗਾ ਵਿਆਹ ਕੀਤਾ ਅਤੇ ਉਸ ਤੋਂ ਬਾਅਦ ਉਸਦਾ ਅਤਾ ਪਤਾ ਹੀ ਨਹੀਂ ਰਿਹਾ ਹੈਗਾ। ਕੁੜੀਆਂ ਲੱਭਦੀਆਂ ਰਹਿ ਜਾਂਦੀਆਂ ਸੀਗੀਆਂ, ਪਰਿਵਾਰਕ ਮੈਂਬਰ ਜਿਹੜੇ ਸੀਗੇ ਉਹ ਲੱਭਦੇ ਰਹਿ ਜਾਂਦੇ ਸੀਗੇ। ਹਾਲਾਂਕਿ ਪਾਸਪੋਰਟ ਦਫ਼ਤਰ ਦੇ ਵਿੱਚ ਵੀ ਜਾ ਕੇ ਸ਼ਿਕਾਇਤਾਂ ਦਿੰਦੇ ਸੀਗੇ ਪਰ ਕੋਈ ਵੀ ਗੱਲਬਾਤ ਜਿਹੜੀ ਹੈਗੀ ਉਹਦੇ ਵਿੱਚ ਨਹੀਂ ਬਣਦੀ ਸੀਗੀ। ਤਾਂ ਹੁਣ ਇਹੀ ਚੀਜ਼, ਇਹੀ ਕੇਸ ਜਿਹੜੇ ਹੈਗੇ ਲਾੜੀਆਂ ਦੇ ਨਾਲ ਬਣਦੇ ਹੋਏ ਨਜ਼ਰ ਆ ਰਹੇ ਨੇ। ਇਹਨਾਂ ਦੇ ਵਾਸਤੇ ਆਪਾਂ ਜਿਵੇਂ ਜ਼ਿਕਰ ਕਰ ਰਹੇ ਸੀ ਟਰਮਸ ਤੁਸੀਂ ਜਿਹੜੀਆਂ ਵੱਖ-ਵੱਖ ਦਿੱਤੀਆਂ ਹੈਗੀਆਂ ਨੇ, ਕੀ ਇਹ ਟਰਮਸ ਹੁਣ ਅਜਿਹੀਆਂ ਬਣ ਚੁੱਕੀਆਂ ਹੈਗੀਆਂ ਨੇ? ਦੇਖੋ ਜੇ ਟਰਮਸ ਤੋਂ ਤੁਹਾਡਾ ਭਾਵ ਕੀ ਹੋਇਆ? ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਪਹਿਲਾਂ ਹੋਲੀਡੇ ਬ੍ਰਾਈਡਸ, ਉਹ ਚੀਜ਼ ਜਿਹੜੀ ਇਸ ਵੇਲੇ ਹੈਗਾ, ਮੈਂ ਪਿਛਲੇ 4 ਸਾਲ ਤੋਂ ਮੀਡੀਆ ਨੂੰ ਦੱਸ ਰਹੀ ਹਾਂ ਜੋ ਤਕਰੀਬਨ ਮਤਲਬ ਇਸ ਜਿਹੜਾ ਹੈਗਾ ਵਿਮਨ ਰਿਲੇਟਿਡ ਇਸ਼ੂਜ਼ ਨੂੰ ਕਵਰ ਕਰਦੇ ਨੇ ਕਿ ਜਦੋਂ ਵੀ ਅਸੀਂ ਵਿਦੇਸ਼ ਜਾਂਦੇ ਹਾਂ ਹਰ 2 ਮਹੀਨੇ 3 ਮਹੀਨੇ ਬਾਅਦ, ਜਦੋਂ ਵੀ ਕਿਤੇ ਇਹੋ ਜਿਹੀਆਂ ਗੱਲਾਂ ਦੇ ਵਿੱਚ ਅਸੀਂ ਇਨਵੋਲਵ ਹੁੰਦੇ ਹਾਂ ਕਿਤੇ, ਤਾਂ ਉਹਦੇ ਵਿੱਚ ਕੀ ਪਤਾ ਚੱਲਿਆ ਕਿ 4 ਸਾਲ ਤੋਂ ਸਾਨੂੰ ਇੰਟਰਨੈਸ਼ਨਲ ਮੀਡੀਆ ਲਿਖ ਲਿਆ ਇਹਨਾਂ ਲੜਕੀਆਂ ਨੂੰ ਆਈਲੈਟਸ ਬ੍ਰਾਈਡਸ। ਠੀਕ ਹੈ ਜੀ। ਜਦੋਂ ਪਹਿਲਾਂ ਲੜਕੀਆਂ ਜਿਹੜੀਆਂ ਨਾਲ ਧੋਖਾ ਹੁੰਦਾ ਸੀ ਉਹਨਾਂ ਨੂੰ ਕਹਿੰਦੇ ਸੀ ਨੋਵੇਅਰ ਬ੍ਰਾਈਡਸ, ਹੌਲੀਡੇ ਬ੍ਰਾਈਡਸ। ਅਤੇ ਜਦੋਂ ਮੈਂ ਪਹਿਲੀ ਵਾਰੀ ਟਰਮ ਸੁਣੀ ਸੀ ਕੈਨੇਡਾ ਦੇ ਵਿੱਚ ਵਰਤੀ ਗਈ ਹੌਲੀਡੇ ਬ੍ਰਾਈਡਸ ਕਿ ਹਰ ਸਾਲ NRI ਆਉਂਦੇ ਨੇ, ਵਿਆਹ ਕਰਵਾਉਂਦੇ ਨੇ ਅਤੇ ਉੱਥੇ ਜਾ ਕੇ ਤਲਾਕ ਲੈ ਕੇ ਫਿਰ ਇੱਥੇ ਵਾਪਸ ਆ ਕੇ ਉਸੇ ਪਿੰਡ ਦੇ ਵਿੱਚੋਂ ਦੂਜੀ ਕੁੜੀ ਨਾਲ ਵਿਆਹ ਕਰਾ ਕੇ ਚਲੇ ਜਾਂਦੇ ਨੇ, ਜਾਂ ਨਾਲ ਦੇ ਪਿੰਡ 'ਚੋਂ ਐਸੇ 6-6 7-7 8-8 ਵਿਆਹ ਕਰਵਾਉਣ ਵਾਲੇ ਲਾੜੇ ਵੀ ਸੀਗੇ। ਅਤੇ ਉਹਨਾਂ ਨੂੰ ਜਦੋਂ ਅਸੀਂ ਐਕਸਪੋਜ਼ ਕੀਤਾ ਅਤੇ ਜਿਹੜੀਆਂ ਕੁੜੀਆਂ ਇੱਥੇ ਰੁਲਦੀਆਂ ਫਿਰਦੀਆਂ ਸੀ ਉਹਨਾਂ ਦੇ ਪਤੀਆਂ ਨੂੰ BBC ਨਾਲ ਮਿਲ ਕੇ ਜਾਂ ਕੈਨੇਡਾ ਦੇ ਵਿੱਚ ਜਾਂ ਫਰਾਂਸ ਦੇ ਵਿੱਚ ਉਹਨਾਂ ਦੇ ਹਸਬੈਂਡਸ ਨੂੰ ਲੱਭਿਆ, ਉਹਨਾਂ ਨਾਲ ਗੱਲ ਕੀਤੀ ਕਿ ਐਟਲੀਸਟ ਹੋਰ ਨਹੀਂ ਕੁਛ ਤਾਂ ਤਲਾਕ ਤਾਂ ਦਿਓ, ਬੱਚੇ ਨੂੰ ਖਰਚਾ ਤਾਂ ਦਿਓ। ਜੇ ਬੱਚੇ ਦੇ ਖਰਚੇ ਲਈ ਕੋਰਟ ਵੱਲੋਂ ਕੋਈ ਡਿਕਰੀ ਪਾਸ ਹੋਈ ਹੈ ਤਾਂ ਉਸ ਨੂੰ ਖਰਚੇ ਨੂੰ ਲਿਆ ਜਾਣਾ ਚਾਹੀਦਾ। ਤਾਂ ਇਹ ਸਾਰੇ ਮੁੱਦਿਆਂ ਨੂੰ ਅਸੀਂ ਕਵਰ ਕਰਦੇ ਜਿਹੜਾ ਹੈਗਾ, ਜਦੋਂ ਪਿਛਲੇ ਕੁਝ ਸਾਲਾਂ ਦੇ ਵਿੱਚ ਸਾਨੂੰ ਪਤਾ ਚੱਲਿਆ ਕਿ ਲੜਕੇ ਨਹੀਂ ਹੁਣ ਲੜਕੀਆਂ ਵੀ ਕਾਫੀ ਇਹ ਕਰ ਰਹੀਆਂ ਨੇ। ਤੁਹਾਨੂੰ ਇੱਕ ਗੱਲ ਸੁਣ ਕੇ ਹੈਰਾਨੀ ਹੋਏਗੀ ਸ਼ਾਇਦ ਕਿ ਕੁਝ ਪੇਰੈਂਟਸ ਨੇ ਮੈਨੂੰ ਅਪਰੋਚ ਕੀਤਾ ਕਿ ਉਹਨਾਂ ਨੇ ਇਹ ਵੀ ਸਵਾਲ ਪੁੱਛਿਆ ਕਿ ਮੈਡਮ ਸਾਡੀ ਬੇਟੀ ਨੇ ਆਈਲੈਟਸ ਪਾਸ ਕੀਤਾ 7 ਬੈਂਡ ਨਾਲ ਜਾਂ 8 ਬੈਂਡ ਨਾਲ, ਸਾਡੇ ਕੋਲ ਪੈਸੇ ਨਹੀਂ ਕਿ ਅਸੀਂ ਕਿਸੇ ਮੁੰਡੇ ਤੋਂ ਪੈਸੇ ਲੈ ਕੇ ਅਸੀਂ ਬਾਹਰ ਭੇਜ ਦਈਏ, ਜਦੋਂ ਰੌਲਾ ਪਏਗਾ ਅਸੀਂ ਪੈਸੇ ਵਾਪਸ ਕਰ ਦਾਂਗੇ ਅਤੇ ਜੇ ਹੋਇਆ ਤਾਂ ਵਿਆਜ ਵੀ ਦੇ ਦਿਆਂਗੇ। ਤਾਂ ਮਤਲਬ ਕੀ ਅਸੀਂ ਕਰ ਲਈਏ? ਤੁਸੀਂ ਸੋਚ ਸਕਦੇ ਹੋ ਕਿ ਸਾਡੇ ਮਤਲਬ ਜਿਸ ਨੂੰ ਮੈਂ ਸਮਝਦੀ ਹਾਂ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ, ਮਤਲਬ ਖਾਲਸਾ ਦੀ ਧਰਤੀ, ਇਸ ਹੱਦ ਤੱਕ ਸਾਡੇ ਬੱਚੇ ਅੱਜ ਮਜਬੂਰ ਨੇ ਔਰ ਉਹਨਾਂ ਦੇ ਪੇਰੈਂਟਸ ਵੀ ਜਿਹੜਾ ਹੈਗਾ ਇਸ ਸਾਰੀ ਮਜਬੂਰੀ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਨੇ। ਤਾਂ ਮਤਲਬ ਹੁਣ ਜਿਹੜਾ ਹੈਗਾ ਜਿਸ ਨੂੰ ਅਸੀਂ
ਪਵਿੱਤਰ ਗੱਲ ਮੰਨਦੇ ਹਾਂ ਕਿ ਹਿੰਦੂ ਧਰਮ, ਸਿੱਖ ਧਰਮ ਜਾਂ ਕਹਿ ਲਓ ਕਿ ਕ੍ਰਿਸਚੀਅਨ ਧਰਮ, ਉਹ ਕੀ ਹੈ? ਉਹ ਸਿਰਫ ਇੱਕ ਜਿਹੜਾ ਹੈਗਾ ਆਪਣੇ ਹੋਲੀ ਜਿਹੜਾ ਗੁਰੂ ਹੈ, ਜਿਸ ਨੂੰ ਅਸੀਂ ਆਪਣੇ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਹੋ ਗਏ ਜਾਂ ਮਤਲਬ ਬਾਈਬਲ ਹੋ ਗਈ, ਉਹਦੇ ਸਾਹਮਣੇ ਇੱਕ ਕਸਮ ਹੈ ਕਿ ਮੈਂ ਤੁਹਾਨੂੰ ਆਪਣੀ ਪਤਨੀ ਦੇ ਤੌਰ 'ਤੇ ਜਿਹੜਾ ਹੈਗਾ ਅੱਜ ਤੋਂ ਬਾਅਦ ਸਾਰੇ ਜਿਹੜੇ ਮੰਨਦਾਰ ਔਰ ਰਾਈਟਸ ਦਊਂਗਾ, ਔਰ ਪਤਨੀ ਵੱਲੋਂ ਵੀ ਸੇਮ ਉਹ ਹੁੰਦਾ। ਅਤੇ ਕੀ ਇਸ ਜਿਹੜੀ ਹੈਗੀ ਆ ਇਸ ਪਵਿੱਤਰ ਗੱਲ ਨੂੰ ਕੋਰਟਾਂ ਕਹਿੰਦੀਆਂ ਨੇ ਕਿ ਇਸ ਦੇ ਵਿੱਚ ਪ੍ਰੀ ਨੈਪਚੁਅਲ ਐਗਰੀਮੈਂਟਸ ਜਾਂ ਪੋਸਟ ਨੈਪਚੁਅਲ ਐਗਰੀਮੈਂਟਸ ਨਹੀਂ ਕੀਤੇ ਜਾ ਸਕਦੇ, ਜਿਹਨੂੰ ਕੌਂਟਰੈਕਟਸ ਕਹਿੰਦੇ ਆ। ਕੌਂਟਰੈਕਟਸ ਨਹੀਂ ਕੀਤੇ ਜਾ ਸਕਦੇ, ਉਹ ਇਨਵੈਲਿਡ ਨੇ। ਲੇਕਿਨ ਹੁਣ ਹਰ ਸ਼ਹਿਰ ਦੇ ਵਿੱਚ, ਹਰ ਗਲੀ ਦੇ ਵਿੱਚ, ਹਰ ਪਿੰਡ ਦੇ ਵਿੱਚ 2-4 ਐਸੀ ਕੌਂਟਰੈਕਟ ਮੈਰਿਜਸ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲਣਗੀਆਂ, ਠੀਕ ਹੈ, ਜਿਹੜੀਆਂ ਚੀਕ ਚੀਕ ਤੇ ਮੀਡੀਆ ਦੇ ਉੱਤੇ ਬੋਲ ਰਹੇ ਨੇ ਬੱਚੇ, ਜਿਹੜੇ ਚੀਕ ਚੀਕ ਕੇ ਅਖਬਾਰਾਂ ਦੇ ਵਿੱਚ ਜਿਨ੍ਹਾਂ ਬਾਰੇ ਲਿਖਿਆ ਜਾ ਰਿਹਾ ਔਰ ਪੜ੍ਹਿਆ ਜਾ ਰਿਹਾ, ਉਹ ਸਾਰਾ ਕੁਝ ਕੀ ਦੱਸ ਰਿਹਾ ਕਿ ਕਾਨੂੰਨ ਕਿਤੇ ਬਹੁਤ ਪਿੱਛੇ ਜਿਹੜਾ ਹੈਗਾ ਰਹਿ ਗਿਆ ਹੋਇਆ, ਜਦੋਂ ਕਿ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਜਿਹੜਾ ਹੈਗਾ ਅੱਜ ਲੋਕ ਉਸ ਕਾਨੂੰਨ ਨੂੰ ਖੁਦ ਹੀ ਉਲੰਘਣਾ ਕਰਕੇ, ਉਸ ਪਵਿੱਤਰਤਾ ਨੂੰ ਛੱਡ ਕੇ, ਆਪਣੀ ਧਾਰਮਿਕ ਚੀਜ਼ਾਂ ਨੂੰ ਛੱਡ ਕੇ ਹੁਣ ਸਿਰਫ ਇਸ ਗੱਲ ਦੀ ਉਹ ਕਰ ਰਹੇ ਨੇ, ਪਾਸਪੋਰਟ ਮੈਰਿਜਸ। ਦੀਜ਼ ਆਰ ਨੋ ਮੈਰਿਜਸ, ਦੀਜ਼ ਆਰ ਓਨਲੀ ਪਾਸਪੋਰਟ ਮੈਰਿਜਸ ਔਰ ਆਈਲੈਟਸ ਬਰਾਈਡਸ ਔਰ ਨੋਵੇਅਰ ਬਰਾਈਡਸ ਔਰ ਹੌਲੀਡੇ ਬਰਾਈਡਸ। ਅਗਰ ਸਾਨੂੰ ਇੰਟਰਨੈਸ਼ਨਲ ਮੀਡੀਆ ਲਿਖ ਰਿਹਾ ਹੈ ਤਾਂ ਇਹ ਮੇਰੇ ਖਿਆਲ ਹੈ ਕਿ 100% ਸੱਚ ਹੈ, ਔਰ ਸੱਚ ਤੋਂ ਇਲਾਵਾ ਕੁਝ ਵੀ ਨਹੀਂ ਹੈ। ਪਰ ਤੁਹਾਨੂੰ ਕੀ ਲੱਗਦਾ ਇਹ ਹਾਲਾਤ ਕਿਉਂ ਇਹੋ ਜਿਹੇ ਬਣੇ? ਇਸ ਦੀ ਨੌਬਤ ਹੀ ਕਿਉਂ ਆਈ ਹੈਗੀ? ਜਿੱਥੇ ਪਹਿਲਾਂ ਜਿਵੇਂ ਨੋਵੇਅਰ ਬਰਾਈਡਸ ਦੀ ਆਪਾਂ ਗੱਲ ਕੀਤੀ ਹੈਗੀ ਹੈ, ਹੌਲੀਡੇ ਬਰਾਈਡਸ ਦੀ ਗੱਲ ਕੀਤੀ, ਜਿੱਥੇ ਕੁੜੀਆਂ ਪਹਿਲਾਂ ਇੰਨਾ ਧੋਖੇ ਖਾਂਦੀਆਂ ਸੀਗੀਆਂ ਕਿ ਉਸ ਚੀਜ਼ ਤੋਂ ਅਜੇ ਵੀ ਲੋਕਾਂ ਨੇ ਕੋਈ ਜਿਹੜਾ ਹੈਗਾ ਸਮਝਿਆ ਨਹੀਂ ਹੈਗਾ, ਉਸ ਤੋਂ ਕੋਈ ਲੈਸਨ ਨਹੀਂ ਸਿੱਖਿਆ ਹੈਗਾ। ਔਰ ਹੁਣ ਇਹ ਕੰਟਰੈਕਟ ਮੈਰਿਜਸ ਵਾਲੇ ਪਾਸੇ ਨੂੰ ਜਿਹੜੇ ਹੈਗੇ ਨੇ ਲੋਕ ਤੁਰ ਪਏ ਹੈਗੇ ਨੇ। ਵੱਡੇ ਵੱਡੇ ਪਰਿਵਾਰਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਇਹੋ ਜਿਹੇ ਰਿਸ਼ਤੇ ਜਿਹੜੇ ਹੈਗੇ ਨੇ ਉਹ ਭਾਲੇ ਜਾਂਦੇ ਹੈਗੇ ਨੇ, ਕਿਉਂਕਿ ਮੁੰਡਿਆਂ ਨੇ ਪੜ੍ਹਾਈ ਨਹੀਂ ਹੁੰਦੀ ਹੈਗੀ, ਕੁੜੀ ਦਾ ਇੱਕ ਜ਼ਰੀਆ ਜਿਹੜਾ ਹੈਗਾ ਉਹ ਚੁਣਿਆ ਜਾਂਦਾ ਔਰ ਫਿਰ ਕੈਨੇਡਾ ਜਾਣਾ ਹੈਗਾ। ਬਸ ਇਹੀ ਇੱਕ ਇਹਨਾਂ ਦੇ ਮਨਾਂ ਦੇ ਵਿੱਚ ਇੱਛਾ ਹੁੰਦੀ ਹੈ, ਇਹੀ ਇੱਕ ਲਾਲਚ ਹੁੰਦਾ, ਫਿਰ ਉਹਦੇ ਜਾਣ ਪਿੱਛੇ ਕੋਈ ਮਰਜ਼ੀ ਰਸਤਾ ਜਿਹੜਾ ਹੈਗਾ ਉਹ ਲੈ ਲੈਂਦੇ। ਜੀ, ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਇਹਦੇ ਵਿੱਚ ਸਿਰਫ ਕਿਰਦਾਰ ਬਦਲੇ ਆ, ਕਹਾਣੀ ਉਹੀ ਹੈ, ਠੀਕ ਹੈ ਜੀ। ਹੁਣ ਕਹਾਣੀ ਕਿਉਂ ਬਦਲ ਗਈ, ਇਹ ਕਿਰਦਾਰ ਕਿਉਂ ਬਦਲ ਗਏ? ਕਿਉਂਕਿ ਮਤਲਬ ਲੜਕੀ ਜਿਹੜੀ ਹੈਗੀ ਆ ਆਈਲੈਟਸ ਪਾਸ ਹੈ ਔਰ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਸੀ ਪਹਿਲਾਂ ਉਲਟੇ, ਹੁਣ ਇਹ ਦਿੱਤੇ ਜਾਂਦੇ ਕਿ ਲੜਕੀ 7 ਬੈਂਡ 8 ਬੈਂਡ ਜਾਂ 6 ਬੈਂਡ ਜਾਂ 6.5 ਬੈਂਡ ਨਾਲ ਆਈਲੈਟਸ ਪਾਸ ਹੈ, ਜਾਂ ਲੜਕੇ ਵਾਲਿਆਂ ਵੱਲੋਂ ਵੀ ਇਸ ਤਰ੍ਹਾਂ ਦੇ ਇਸ਼ਤਿਹਾਰ ਦਿੱਤੇ ਜਾਂਦੇ ਨੇ। ਉਹਨਾਂ ਵਿੱਚ ਟੋਕ ਰਿਹਾ, ਹਾਲਾਂਕਿ ਜਿੱਥੇ ਪਹਿਲਾਂ ਰਿਸ਼ਤੇ ਤੇ ਜਿਹੜੇ ਹੈਗੇ ਆ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਇਹ ਹੁੰਦੇ ਸੀਗੇ ਕਿ ਯੋਗਤਾ ਜਿਹੜੀ ਹੈਗੀ ਆ ਉਹ ਹਾਈਟ ਦੇ ਅਕੋਰਡਿੰਗ ਨਾਪੀ ਜਾਂਦੀ ਸੀਗੀ, ਰੰਗ ਰੁੰਗ ਦੇ ਹਿਸਾਬ ਦੇ ਨਾਲ ਨਾਪ ਲੈਂਦੇ ਸੀਗੇ, ਕਾਸ ਦੇ ਹਿਸਾਬ ਨਾਲ ਨਾਪ ਲੈਂਦੇ ਸੀ। ਹੁਣ ਇਹ ਬੈਂਡ ਵਾਲਾ ਚੱਕਰ ਪੈ ਗਿਆ, 6.5 7 8 ਵਾਲੀ ਕੈਟਾਗਰੀ ਹੋ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਜਿਹੜਾ ਲੜਕੇ ਵਾਲੇ ਨੇ ਉਹ ਸਿਰਫ ਪੈਸੇ ਲਗਾ ਸਕਦੇ ਆ, ਉਹ ਲੜਕੇ ਨੂੰ ਸਮਝਦੇ ਨੇ ਕਿ ਇਹ ਲੜਕਾ ਕਿਸੇ ਵੀ ਤਰ੍ਹਾਂ ਨਾਲ ਆਈਲੈਟਸ ਪਾਸ ਨਹੀਂ ਕਰ ਸਕਦਾ। ਤਾਂ ਹੁਣ ਦੂਸਰੇ ਪਾਸੇ ਜਿਹੜੀ ਲੜਕੀ ਹੈਗੀ ਆ ਉਹ ਆਈਲੈਟਸ ਪਾਸ ਕਰ ਲੈਂਦੀ ਹੈ, ਕਿਉਂਕਿ ਉਹ ਚਿੜੇ ਹੋ ਕੇ ਲੱਗੀ ਰਹਿੰਦੀ ਹੈ, ਜਾਂ ਲੜਕਿਆਂ ਦੇ ਕੰਪੈਰੀਜ਼ਨ 'ਚ ਲੜਕੀਆਂ ਇੱਥੇ ਮਤਲਬ ਆਪਣੇ ਪੰਜਾਬ 'ਚ ਜ਼ਿਆਦਾ ਪੜ੍ਹ ਲਿਖ ਜਾਂਦੀਆਂ ਨੇ, ਉਹ ਸਾਰੀ ਵਜ੍ਹਾ ਨਾਲ। ਲੇਕਿਨ ਐਂਡ ਆਫ ਦਾ ਸਟੋਰੀ ਜੇ ਆਪਾਂ ਉੱਪਰੋਂ ਸ਼ੁਰੂ ਕਰਕੇ ਐਂਡ 'ਤੇ ਦੇਖੋ ਤਾਂ ਇਹੀ ਹੈ ਨਾ ਕਿ ਉੱਥੇ ਜਿਹੜੀਆਂ ਪਾਸਪੋਰਟ ਮੈਰਿਜਸ ਨੇ ਜਾਂ ਆਈਲੈਟਸ ਬੈਂਡਸ ਨੇ, ਉਹਦੇ ਉਹ ਕਾਊਂਟ ਕੀਤੇ ਜਾਣੇ ਨੇ, ਉਹੀ ਉਹਦੀ ਯੋਗਤਾ ਹੈ, ਉਹੀ ਉਹਦੀ ਕੁਆਲੀਫਿਕੇਸ਼ਨ ਹੈ, ਉਹੀ ਉਸ ਮੈਰਿਜ ਦਾ ਆਧਾਰ ਹੈ। ਇਹਦਾ ਮਤਲਬ ਹੈ ਕਿ ਉਹ ਮੈਰਿਜ ਨਹੀਂ ਹੈ, ਉਹ ਇੱਕ ਐਡਜਸਟਮੈਂਟ ਹੈ, ਜਿਹੜੀ ਕਿ ਪਹਿਲਾਂ ਲੜਕੀ ਨੂੰ ਐਜ਼ ਐਨ ਇੰਸਟਰੂਮੈਂਟ ਜਿਹੜਾ ਹੈਗਾ, ਲੜਕੀਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਪਰਿਵਾਰ ਕਈ ਵਾਰੀ ਇਹ ਦੇਖਦੇ ਸੀ ਕਿ ਐਜ਼ ਐਨ ਇੰਸਟਰੂਮੈਂਟ ਔਰ ਲੈਡਰ ਯੂਜ਼ ਕੀਤਾ ਜਾਂਦਾ ਸੀ ਕਿ ਇੱਕ ਦੇਸ਼ ਤੋਂ ਦੂਸਰੀ ਜਗ੍ਹਾ ਪਹੁੰਚਣ ਵਾਸਤੇ। ਹੁਣ ਸੇਮ ਲੈਡਰ ਜਾਂ ਇੰਸਟਰੂਮੈਂਟ ਉਹ ਲੜਕੀਆਂ ਜਿਹੜੀਆਂ ਹੈਗੀਆਂ ਨੇ ਉਹ ਬਣ ਰਹੀਆਂ ਨੇ, ਤਾਂ ਕਿ ਲੜਕਾ ਉਹਦੇ ਨਾਲ ਐਜ਼ ਸਪਾਊਸ ਵੀਜ਼ਾ 'ਤੇ ਜਾ ਸਕਦਾ ਹੋਵੇ। ਹੁਣ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਇਹ ਤਾਂ ਸਿਰਫ ਮੈਂ ਤੁਹਾਨੂੰ ਦੱਸਿਆ ਇੱਕ ਬਲਾਸਟ ਹੈ, ਲੇਕਿਨ ਇਹਦੇ ਥੱਲੇ ਬਹੁਤ ਕੁਛ ਮਤਲਬ ਜਿਹੜਾ ਬਹੁਤ ਕੁਛ ਉਬਲਦਾ ਔਰ ਬਹੁਤ ਫੇਲੀਅਰ ਸਿਸਟਮ ਦਾ ਇੱਕ ਇਹ ਤੁਹਾਨੂੰ ਇੱਕ ਜਿਹੜਾ ਸਿੰਪਟਮ ਦਿਖਾਈ ਦੇ ਰਿਹਾ। ਜਿੱਦਾਂ ਕਹਿੰਦੇ ਨਾ ਕਿ ਬੁਖਾਰ ਬਹੁਤ ਅੰਦਰ ਹੁੰਦਾ ਔਰ ਸਿਰਫ ਜਿਹੜਾ ਹੈਗਾ ਦਰਦ ਔਰ ਬੁਖਾਰ ਤਾਂ ਕਿਸੇ ਬਹੁਤ ਬੜੀ ਬਿਮਾਰੀ ਦਾ ਇੱਕ ਸਿੰਪਟਮ ਤੁਹਾਨੂੰ ਨਜ਼ਰ ਆਉਂਦਾ ਹੈ। ਤਾਂ ਉਹ ਜਿਹੜਾ ਕਰੋਨਾ ਇਹ ਜਿਹੜਾ ਮਤਲਬ ਮੈਰਿਜਸ ਦਾ ਕਰੋਨਾ ਹੈ, ਇਹ ਜਿਹੜਾ ਕਰੋਨਾ ਸਾਡੀਆਂ ਨਸਾਂ ਦੇ ਵਿੱਚ ਫੈਲ ਚੁੱਕਿਆ। ਸਾਡੇ ਹਰ ਗਲੀ ਮੁਹੱਲੇ ਦੇ ਵਿੱਚ ਜਿਹੜਾ ਹੈਗਾ ਇਹ ਕਾਰੋਬਾਰ ਹੋ ਰਿਹਾ ਹੈ। ਤੁਸੀਂ ਕਿਸੇ ਵੀ ਜਗ੍ਹਾ ਚਲੇ ਜਾਓ, ਉੱਥੇ ਕੁਛ ਵੀ ਨਾ ਹੋਵੇ,
ਮਤਲਬ ਕੁਝ ਵੀ ਨਾ ਹੋਵੇ, ਉੱਥੇ ਆਈਲੈਟਸ ਦਾ ਜਿਹੜਾ ਹੈਗਾ ਇੱਕ ਬੋਰਡ ਜ਼ਰੂਰ ਹੋਏਗਾ। ਉੱਥੇ ਆਈਐਸ ਪੀਸੀਐਸ ਦੇ ਪਹਿਲਾਂ ਹੋਰਡਿੰਗਸ ਹੁੰਦੇ ਸੀ ਪੰਜਾਬ ਦੇ ਵਿੱਚ, ਇਸ ਦੇ ਕੋਚਿੰਗ ਸੈਂਟਰਸ ਦੇ ਹੁੰਦੇ ਸੀਗੇ। ਹੁਣ ਐਸਾ ਕੋਈ ਕੋਚਿੰਗ ਸੈਂਟਰ ਨਹੀਂ। ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ, ਪੰਜਾਬ ਦੇ ਵਿੱਚੋਂ ਜਿਹੜਾ ਬॉयਜ਼ ਕਾਲਜ ਸਾਰੇ ਖਤਮ ਹੋ ਚੁੱਕੇ ਨੇ। ਅੱਜ ਮੇਰੇ ਖਿਆਲ ਨਹੀਂ ਹੈ ਕਿ ਇੱਕ ਵੀ ਬॉयਜ਼ ਕਾਲਜ ਹੋਵੇ ਪੰਜਾਬ ਦੇ ਵਿੱਚ, ਔਰ ਜਿਹੜੇ ਗਰਲਸ ਕਾਲਜ ਸੀ ਉਹ ਵੀ ਇੰਡੀਪੈਂਡੈਂਟ, ਸ਼ਾਇਦ ਹੀ ਕੋਈ ਇੱਕ ਅੱਧਾ ਮਤਲਬ ਇੱਕਾ ਦੁੱਕਾ ਰਹਿ ਗਿਆ ਹੋਵੇ। ਜਿਹੜੇ ਕੋਐਡ ਕਾਲਜਸ ਨੇ ਉਹਨਾਂ ਦੇ ਵਿੱਚੋਂ ਪਹਿਲਾਂ ਸੀਟਾਂ ਲੈਣ ਲਈ ਸਿਫਾਰਿਸ਼ ਕਰਨੀ ਪੈਂਦੀ ਸੀ। ਅੱਜ ਇਹ ਹਾਲਾਤ ਨੇ ਕਿ ਸੀਟਾਂ ਭਰਨ ਵਾਸਤੇ ਉਹਨਾਂ ਨੂੰ ਜਿਹੜਾ ਹੈਗਾ ਜ਼ੋਰ ਲਾਉਣਾ ਪੈਂਦਾ, ਕਿਉਂਕਿ 12ਵੀਂ ਤੋਂ ਬਾਅਦ ਕੋਈ ਵੀ ਬੱਚਾ 10ਵੀਂ ਤੋਂ ਬਾਅਦ ਹੀ ਇੱਥੇ ਪੜ੍ਹਨਾ ਨਹੀਂ ਚਾਹੁੰਦਾ। ਠੀਕ ਹੈ, ਯੂਨੀਵਰਸਿਟੀਜ਼ ਕਾਲਜਸ ਆਪਣਾ ਇੱਥੇ ਘੋਲ ਲਾ ਰਹੀਆਂ ਨੇ, ਔਰ ਜਦੋਂ ਕਿ ਦੂਸਰੇ ਦੇਸ਼ਾਂ ਦੀਆਂ ਸਰਕਾਰਾਂ ਸਾਡੇ ਮਤਲਬ ਆਈਲੈਟਸ ਦੇ ਪਾਸ ਕੀਤੇ ਹੋਏ ਬੱਚਿਆਂ ਦੇ ਉਹਦੇ ਉੱਤੇ ਐਡਮਿਸ਼ਨ ਲੈਣ ਦੇ ਉੱਤੇ ਉਹ ਆਪਣਾ ਜਿਹੜਾ ਹੈਗਾ ਦੇਸ਼ ਚਲਾ ਰਹੀਆਂ, ਇਕਨੋਮੀ ਦਾ ਇੱਕ ਬਹੁਤ ਵੱਡਾ ਹਿੱਸਾ ਬਣ ਚੁੱਕੀਆਂ ਨੇ। ਔਰ ਸਾਡੇ ਬੱਚੇ ਉੱਥੇ ਜਾ ਕੇ ਕੋਈ ਵੀ ਕੰਮ ਕਰਦੇ, ਕੋਈ ਵੀ ਜਿਸ ਨੂੰ ਮਤਲਬ ਤੁਸੀਂ ਇੱਥੇ ਪੰਜਾਬ 'ਚ ਸਮਝਦੇ ਆ ਕਿ ਉਹ ਆਪਣੀ ਸਾਡੀ ਸ਼ਾਨ ਦੇ ਖਿਲਾਫ ਹੈ, ਸਾਡੇ ਖਾਨਦਾਨ ਦੇ ਬਰਾਬਰ ਦੀ ਚੀਜ਼ ਨਹੀਂ ਹੈ, ਉੱਥੇ ਜਾ ਕੇ ਹਰ ਬੱਚਾ ਹਰ ਤਰ੍ਹਾਂ ਨਾਲ ਕੰਮ ਕਰਨ ਲਈ ਤਿਆਰ ਹੁੰਦਾ ਹੈ। ਕਦੀ ਕਦੀ ਤੁਸੀਂ ਦੇਖੋਗੇ, ਤੁਸੀਂ ਕਿਸੇ ਵੀ ਕੰਟਰੀ ਚਲੇ ਜਾਓ, ਮਤਲਬ ਛੋਟੇ ਛੋਟੇ ਕੰਟਰੀਜ਼ 'ਚ ਵੀ ਚਲੇ ਜਾਓ, ਫਿਜੀ ਚਲੇ ਜਾਓ, ਨਿਊਜ਼ੀਲੈਂਡ, ਕਿਤੇ ਵੀ ਚਲੇ ਜਾਓ, ਜਦੋਂ ਤੁਹਾਨੂੰ ਮਤਲਬ ਉੱਥੇ ਉਹਦੇ 'ਤੇ ਤੁਸੀਂ ਚੜ੍ਹਦੇ ਹੋ ਮਤਲਬ ਡਰਾਈਵਵੇ ਥਰੂ ਦੇ ਉੱਤੇ, ਜਦੋਂ ਤੁਸੀਂ ਮੈਕਡੋਨਲਡ ਜਾਣਾ ਹੈ ਜਾਂ ਕਿਤੇ ਹੋਇਆ, ਤਾਂ ਜਦੋਂ ਇੱਕ ਬਾਂਹ ਨਿਕਲਦੀ ਹੈ ਬਾਹਰ, ਜਿਹਦੇ ਵਿੱਚੋਂ ਬਹੁਤ ਇੰਗਲਿਸ਼ ਬੋਲਦਾ ਬੱਚਾ ਵੀ ਨਾਲ ਹੁੰਦਾ, ਪਰ ਉਹਦੀ ਬਾਂਹ ਦੇ ਵਿੱਚ ਕੜਾ ਪਾਇਆ ਹੁੰਦਾ, ਠੀਕ ਹੈ, ਤੁਹਾਨੂੰ ਪਹਿਚਾਣ ਆਉਂਦੀ ਹੈ ਕਿ ਇਹ ਮਤਲਬ ਪੰਜਾਬੀ ਹੈ। ਮਤਲਬ ਬਹੁਤ ਵਾਰ ਇਸ ਤਰ੍ਹਾਂ ਹੁੰਦਾ, ਜਦੋਂ ਕਿ ਉਹ ਬੱਚੇ ਦੀ ਜਿਹੜੀ ਹੈਗੀ ਆ ਉਹਦੀ ਲੈਂਗੁਏਜ ਕਮਾਂਡ, ਉਹਦਾ ਸਾਰਾ ਕੁਝ ਬਹੁਤ ਅੱਛਾ ਹੁੰਦਾ ਹੈ। ਹੁਣ ਮਤਲਬ ਅਫਸੋਸ ਇਸ ਗੱਲ ਦਾ ਹੈ ਕਿ ਇਹ ਯੂਥ ਜਿਹੜਾ ਹੈਗਾ ਬਹੁਤ ਕੁਝ ਕਰ ਗੁਜ਼ਰਨ ਦਾ ਮਤਲਬ ਇਹਨਾਂ ਦੇ ਅੰਦਰ ਹੁਨਰ ਹੈ। ਪੰਜਾਬ ਦੇ ਪਾਣੀਆਂ ਦੀ ਇੱਕ ਵੱਡੀ ਖਾਸੀਅਤ ਹੈ ਕਿ ਤੁਸੀਂ ਇਹਨਾਂ ਨੂੰ ਜੋ ਬਣਾਉਣਾ ਚਾਹੋ ਇਹ ਬਣ ਸਕਦੇ ਨੇ। ਇਹਨਾਂ ਦੇ ਅੰਦਰ ਸਿੱਖਣ ਦੀ ਕਲਾ ਬਹੁਤ ਵੱਡੀ ਹੈ। ਇਹਨਾਂ ਨੂੰ ਸਿਰਫ ਇੱਕ ਚਿੰਗਾਰੀ ਦੀ ਜ਼ਰੂਰਤ ਹੈ ਔਰ ਇਹ ਕੁਝ ਵੀ ਬਣ ਸਕਦੇ ਨੇ। ਲੇਕਿਨ ਪ੍ਰੋਬਲਮ ਇਜ਼ ਕਿ ਸਾਡੇ ਇੱਥੇ, ਮੈਂ ਕਹਿ ਰਹੀ ਹਾਂ 2002 ਤੋਂ ਮੈਂ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਸੈਂਟਰ 'ਚ ਪੰਜਾਬ 'ਚ ਸਰਕਾਰਾਂ ਬਦਲੀਆਂ, ਸਰਕਾਰਾਂ ਨੇ ਆਪਣੇ ਕਾਰਜਕਾਲ ਪੂਰੇ ਕੀਤੇ। ਐਸੀਆਂ ਸਰਕਾਰਾਂ ਵੀ ਆਈਆਂ ਜੋ ਪੰਜਾਬ 'ਚ ਔਰ ਸੈਂਟਰ 'ਚ ਇੱਕੋ ਟਾਈਮ 'ਤੇ ਭਾਗੀਦਾਰ ਸੀ, ਲੇਕਿਨ ਅਗਰ ਕੁਝ ਨਹੀਂ ਕੀਤਾ ਗਿਆ ਤਾਂ ਇਸ ਵਿਸ਼ੇ ਨੂੰ ਟੱਚ ਨਹੀਂ ਕੀਤਾ ਗਿਆ। 2019 ਫੈਬਰਵਰੀ ਦੇ ਵਿੱਚ ਸੁਸ਼ਮਾ ਸਵਰਾਜ ਜੀ ਨੇ ਜਿਹੜਾ ਹੈਗਾ ਇਹਦੇ ਉੱਤੇ ਇਹ ਇੱਕ ਬਿੱਲ ਪਾਸ ਕਰਵਾਇਆ ਸੀਗਾ, ਜਿਹਦਾ ਸੀਗਾ ਕਿ ਕੰਪਲਸਰੀ ਰਜਿਸਟ੍ਰੇਸ਼ਨ ਆਫ ਮੈਰਿਜਸ। ਤਾਂ ਉਦੋਂ ਜਦੋਂ ਮੀਡੀਆ ਮੈਨੂੰ ਪੁੱਛਦਾ ਸੀ ਤਾਂ ਮੈਨੂੰ ਲੱਗਦਾ ਸੀ ਕਿ ਮੈਂ ਖੁਸ਼ ਤਾਂ ਹਾਂ, ਪਰ ਮੈਨੂੰ ਇਹ ਨਹੀਂ ਲੱਗਦਾ ਕਿ ਇਹ ਕੱਲ੍ਹ ਹੀ ਐਕਟ ਬਣ ਜਾਊਗਾ। ਇਸ ਨੂੰ ਐਕਟ ਬਣਨ ਲਈ ਸ਼ਾਇਦ ਕਈ ਸਰਦ ਅਤੇ ਗਰਮ ਰੁੱਤਾਂ ਦੇ ਇਜਲਾਸ ਹਲੇ ਹੋਣੇ ਬਾਕੀ ਨੇ, ਸ਼ਾਇਦ ਕਦੀ ਇਹ ਵੀ ਬਣ ਸਕਦਾ ਹੋਵੇ, ਜਦੋਂ ਕਿ ਇਹਦੇ ਵਿੱਚ ਮਿਨਿਸਟਰੀਜ਼ ਭਾਵੇਂ ਕਿੰਨੀਆਂ ਵੀ ਇਨਵੋਲਵ ਨੇ ਸੈਂਟਰ ਦੀਆਂ, ਪਰ ਇਹ ਐਡਾ ਕੋਈ ਪੇਚੀਦਾ ਕੰਮ ਨਹੀਂ ਹੈਗਾ ਜਿਸ ਨੂੰ ਸਿਰੇ ਨਾ ਚੜ੍ਹਾਇਆ ਜਾ ਸਕਦਾ ਹੋਵੇ। ਮੈਂ ਹਰ ਜਗ੍ਹਾ 'ਤੇ ਜਾ ਕੇ ਮਿਨਿਸਟਰੀਜ਼ ਨੂੰ, ਹਾਈ ਕਮਿਸ਼ਨਸ ਨੂੰ, ਇੰਡੀਆ ਤੋਂ ਬਾਹਰ 20 ਕੰਟਰੀਆਂ ਦੇ ਵਿੱਚ ਤਕਰੀਬਨ, ਜਾਂ ਉਹਨਾਂ ਦੇ ਲਾਅ ਐਂਡ ਜਸਟਿਸ ਮਿਨਿਸਟਰਸ ਨੂੰ ਮਿਲ ਕੇ ਹਮੇਸ਼ਾ ਇਹੀ ਮਤਲਬ ਅਸੀਂ ਅਵੇਅਰਨੈਸ ਕੈਂਪੇਨ ਦੇ ਨਾਲ ਨਾਲ ਉਹਨਾਂ ਨੂੰ ਇਹ ਦੱਸਿਆ ਕਿ ਸਾਡੀ ਰੀਪ੍ਰੈਜ਼ੈਂਟੇਸ਼ਨ ਦਿੰਦੇ ਹਾਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਕੁੜੀਆਂ ਦੇ ਕੇਸਿਸ ਹੱਲ ਕਰਦੇ ਰਹੇ ਹਾਂ। ਪਰ ਮੈਨੂੰ ਹੁਣ ਲੱਗਦਾ ਕਿ ਕਿੱਥੇ ਜਾ ਕੇ ਮਤਲਬ ਉਹ ਕਰੀਏ। ਕਹਿੰਦਾ ਕਿ ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ। ਅੱਜ ਪਤਾ ਨਹੀਂ ਕੀ ਹੋ ਗਿਆ, ਅੱਜ ਸਾਡੇ ਮੁੰਡੇ ਵੀ ਕੁੜੀਆਂ ਵੀ ਸਭ ਹੀ ਰੋ ਰਹੇ ਨੇ, ਲੇਕਿਨ ਮੈਰਿਜ ਇੰਸਟੀਟਿਊਸ਼ਨ ਫੇਲ ਹੋ ਗਿਆ ਹੋਇਆ ਹੈ। ਹੁਣ ਮੈਰਿਜ ਇੰਸਟੀਟਿਊਸ਼ਨ ਕੋਈ ਨਹੀਂ ਹੈਗਾ। ਕੁਛ ਲੋਕ ਲਿਵ ਇਨ 'ਚ ਰਹਿ ਰਹੇ ਨੇ, ਹਾਈ ਕੋਰਟ 'ਚ ਰੋਜ਼ ਰਨ ਅਵੇ ਕਪਲਸ ਦੇ ਕੇਸਿਸ ਆ ਰਹੇ ਨੇ। ਉਸ ਤੋਂ ਬਾਅਦ 1 ਸਾਲ ਦੇ ਅੰਦਰ ਅੰਦਰ ਹੀ 90% ਕੇਸਿਸ ਦੇ ਵਿੱਚ ਤਲਾਕ ਹੋ ਜਾਂਦਾ ਹੈ। ਉਸ ਤੋਂ ਬਾਅਦ ਫਿਰ ਐਸੇ ਕੇਸਿਸ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਆ ਜਿਹੜੀ NRI ਵਾਲੀ ਚੀਜ਼ ਹੈਗੀ ਆ, ਇਹ ਆ ਰਹੀ ਹੈ। ਮਤਲਬ ਤੁਸੀਂ ਸਮਝੋ ਕਿ ਲਿਵਿੰਗ 'ਚ ਰਹਿੰਦੇ ਹੋਏ ਮੈਰਿਡ ਹਸਬੈਂਡ ਵਾਈਫ ਜਿਹੜੇ ਹੈਗੇ ਆ ਉਹ ਵੀ ਲਿਵ ਇਨ 'ਚ ਰਹਿ ਰਹੇ ਨੇ ਔਰ ਪ੍ਰੋਟੈਕਸ਼ਨ ਮੰਗ ਰਹੇ ਨੇ। ਤੁਸੀਂ ਹੁਣ ਦੱਸੋ ਕਿ ਐਸੀ ਹਾਲਾਤ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਮੈਰਿਜ ਇੰਸਟੀਟਿਊਸ਼ਨ ਐਗਜ਼ਿਸਟ ਕਰਦਾ ਅੱਜ ਦੀ ਡੇਟ 'ਚ? ਸ਼ਾਇਦ ਮੇਰੇ ਖਿਆਲ ਹੈ ਕਿ ਜਿਹੜੇ ਸਾਡੇ ਤੋਂ ਜਾਂ ਅੱਜ ਤੋਂ 5-7 ਸਾਲ ਬਾਅਦ ਜਿਹੜੇ ਬੱਚੇ ਆਉਣਗੇ ਉਹਨਾਂ ਲਈ ਤਾਂ ਸ਼ਾਇਦ ਇਹ ਮੈਰਿਜ ਇੰਸਟੀਟਿਊਸ਼ਨ ਦਾ ਨਾਮ ਮਤਲਬ ਬਹੁਤ ਇੱਕ
ਵਿਅਰਥ ਜੀ ਚੀਜ਼ ਹੈਗੀ ਆ। ਉਹ ਸਾਰੀ ਜਿਹੜੀ ਹੈਗੀ ਆ ਉਹ ਹੀ ਸੋਚਣਗੇ ਕਿ ਇਹ ਐਡਜਸਟਮੈਂਟ ਕਰੋ, ਆਪਣੀ ਜੋ ਵੀ ਬੈਨੀਫਿਟ ਤੁਸੀਂ ਲੈ ਸਕਦੇ ਹੋ ਲਓ, ਔਰ ਉਸ ਤੋਂ ਬਾਅਦ ਆਪਣੇ ਆਪਣੇ ਅਲੱਗ-ਅਲੱਗ ਰਹਿਣ ਦੀ ਹੋ। ਵੈਸਟਰਨਾਈਜੇਸ਼ਨ ਵਾਲੇ ਪਾਸੇ ਨੂੰ ਲੋਕ ਚਾਹ ਰਹੇ ਨੇ, ਜਿਸ ਤਰੀਕੇ ਨਾਲ ਯੂਥ ਚਾਹ ਰਿਹਾ ਹੈ, ਉਹ ਕਲਚਰ ਵੀ ਕਿਤੇ ਨਾ ਕਿਤੇ ਅਡੋਪਟ ਜਿਹੜਾ ਹੈਗਾ ਉਹ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ। ਉਹ ਚੀਜ਼ਾਂ ਨੂੰ ਵੀ ਜਿਹੜਾ ਹੈਗਾ ਉਹ ਇੰਨਾ ਈਜ਼ਲੀ ਔਰ ਇੰਨਾ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਲਿੱਤਾ ਜਾ ਰਿਹਾ ਹੈ। ਬ੍ਰੇਨ ਡਰੇਨ ਦੀ ਮੈਂ ਜ਼ਰੂਰ ਗੱਲ ਕਰਨਾ ਚਾਹੂੰਗਾ। ਜਿਵੇਂ ਆਪਾਂ ਪਿੱਛੇ ਪਹਿਲਾਂ ਜ਼ਿਕਰ ਕਰਦੇ ਹੁੰਦੇ ਸੀ ਕਿ ਪੰਜਾਬ ਤੋਂ ਜਾਂ ਭਾਰਤ ਦੇ ਵਿੱਚੋਂ ਬ੍ਰੇਨ ਡਰੇਨ ਹੋ ਰਿਹਾ ਹੈਗਾ, ਪਰ ਮੈਨੂੰ ਤਾਂ ਲੱਗਦਾ ਹੁਣ ਬ੍ਰੇਨ ਡਰੇਨ ਤਾਂ ਕੀ, ਹੁਣ ਤਾਂ ਪੂਰਾ ਭਾਰਤ ਹੀ ਜਿਹੜਾ ਹੈਗਾ ਉਹ ਡਰੇਨ ਹੋ ਰਿਹਾ ਹੈਗਾ, ਜਾਂ ਪੰਜਾਬ ਡਰੇਨ ਹੋ ਰਿਹਾ। ਬਸ ਕਿ ਕਿਸ ਨੂੰ ਰੋਵਾਂਗੇ ਆਪਾਂ, ਹੈ ਨਾ, ਕਿਸ ਤੇ ਚਿੰਤਾ ਜ਼ਾਹਰ ਕਰਾਂਗੇ। ਲੇਕਿਨ ਅੱਜ ਜੋ ਵਿਸ਼ੇ ਦੀ ਤੁਸੀਂ ਗੱਲ ਕਰ ਰਹੇ ਹੋ, ਬ੍ਰੇਨ ਨਹੀਂ, ਮੈਂ ਕਹਿ ਰਹੀ ਹਾਂ ਪੂਰੀ ਬਾਡੀ ਡਰੇਨ ਹੋ ਰਹੀਆਂ ਨੇ। ਤੁਸੀਂ ਕਹਿ ਰਹੇ ਹੋ ਪੂਰਾ ਸਿਸਟਮ ਡਰੇਨ ਹੋ ਰਿਹਾ ਹੈ। ਮੈਂ ਇਸ ਵਕਤ ਇਹ ਮਹਿਸੂਸ ਕਰਦੀ ਹਾਂ ਕਿ ਆਨਰੇਬਲ ਹਾਈ ਕੋਰਟ ਨੂੰ ਇਸ ਦੇ ਉੱਪਰ ਕਦੀ ਜਸਟਿਸ ਅਮਰਦੱਤ ਜੀ ਨੇ ਇਹਦੇ ਉੱਤੇ ਪੰਜਾਬ ਸਰਕਾਰ ਨੂੰ ਇੱਕ ਲਿਖਿਆ ਸੀਗਾ ਕਿ ਇਹਦੇ 'ਤੇ ਕਾਨੂੰਨ ਬਣਾਇਆ ਜਾਵੇ। ਸੁਪਰੀਮ ਕੋਰਟ ਆਫ ਇੰਡੀਆ 'ਚ ਵੀ ਇਹਦੇ ਬਾਰੇ ਕਦੀ ਗੱਲ ਹੋਈ ਹੈ, ਅਤੇ ਮੇਰੇ ਖਿਆਲ ਹੈ ਭਾਸਕਰ 'ਚ 30/6 ਨੂੰ ਛਪੀ ਸੀ ਇਹ ਖਬਰ 2021 ਨੂੰ। ਸਾਡੀ ਹਾਈ ਕੋਰਟ ਨੂੰ ਜ਼ਰੂਰ ਪੰਜਾਬ ਦੀ ਤਰਾਸਦੀ ਨੂੰ ਦੇਖਦੇ ਹੋਏ ਸੂ ਮੋਟੋ ਨੋਟਿਸ ਲੈ ਕੇ ਇਹਦੇ ਉੱਪਰ ਜਿਹੜੀ ਹੈਗੀ ਹੈ ਕੋਈ ਜ਼ਰੂਰੀ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ। ਲੇਕਿਨ ਕਿਉਂਕਿ ਇਸ ਤਰ੍ਹਾਂ ਕੀ ਹੈ ਕਿ ਬੱਚੇ ਜਿਹੜੇ ਲੜਕੇ ਨੇ ਉਹਨਾਂ ਦੇ ਪੇਰੈਂਟਸ ਕੋਲ ਪੈਸੇ ਨਹੀਂ ਹੈਗੇ। ਉਹ ਕੀ ਕਰ ਰਹੇ ਨੇ ਕਿ ਜੋ 1.5, 2, 4 ਕਿੱਲੇ ਵਾਲਾ ਵੀ ਜ਼ਿਮੀਂਦਾਰ ਹੈ, ਉਹ ਸੋਚਦਾ ਕਿ ਮੈਂ ਜ਼ਮੀਨ ਵੇਚ ਕੇ ਜਿਹੜੇ ਹੈਗੇ ਆ ਉਹ ਪੈਸੇ ਲਗਾ ਰਹੇ ਨੇ। ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੇ ਹੱਥ ਪੱਲੇ ਨਿਰਾਸ਼ਾ ਪੈਂਦੀ ਹੈ। ਫਿਰ ਉਹਨਾਂ ਨੂੰ ਲੱਗਦਾ, ਕਿਉਂਕਿ ਅਸੀਂ ਬੜੀ ਜਲਦੀ ਪੰਜਾਬੀ ਭੋਲੇ ਹੈ ਵੈਸੇ, ਮੈਂ ਤੁਹਾਨੂੰ ਇੱਕ ਦੱਸਾਂ, ਠੀਕ ਹੈ, ਅਤੇ ਉਹ ਨਾ ਜਲਦੀ ਵਿਸ਼ਵਾਸ ਕਰ ਲੈਂਦੇ ਕਿਸੇ 'ਤੇ, ਕਿਉਂਕਿ ਆਪਣੇ ਅੰਦਰ ਉਹਨਾਂ ਦੇ ਉਹੋ ਜਿਹੀ ਗੱਲ ਨਹੀਂ ਹੁੰਦੀ। ਜਿਹੜੀ ਚੀਜ਼ ਆਪਾਂ ਇਹ ਕਰ ਰਹੇ ਹਾਂ ਕਿ ਲੜਕੇ ਧੋਖਾ ਕਰਦੇ ਜਾਂ ਲੜਕੀਆਂ ਧੋਖਾ ਕਰਦੇ, ਇਹ ਇੱਕ ਮਤਲਬ ਟਿਪੀਕਲ ਉਹ ਹੈ ਕਿ ਇੱਥੋਂ ਸ਼ੁਰੂ ਹੋਣਾ, ਇੱਥੇ ਪਹੁੰਚਣਾ। ਉਸ ਦਰਮਿਆਨ ਉਹਨਾਂ ਨੂੰ ਸਾਰੀਆਂ ਚਲਾਕੀਆਂ ਆਉਂਦੀਆਂ। ਲੇਕਿਨ ਬੇਸਿਕਲੀ ਅਸੀਂ ਜੇ ਪੁੱਛਦੇ ਹਾਂ ਕਿ ਤੁਹਾਨੂੰ ਉਹ ਕਿੱਥੇ ਮਿਲਿਆ ਸੀ ਏਜੰਟ, ਉਹ ਜੀ ਸਾਨੂੰ ਫਲਾਣੇ ਬੱਸ ਅੱਡੇ ਦੇ ਉੱਤੇ ਮਿਲਦਾ ਹੁੰਦਾ ਸੀ, ਉੱਥੇ ਸਾਹਮਣੇ ਇੱਕ ਫਲਾਣੇ ਦੀ ਦੁਕਾਨ ਹੈ STD ਦੀ, ਉਹਦੇ 'ਤੇ ਮਿਲਦਾ ਹੁੰਦਾ ਸੀ। ਮਤਲਬ ਉਹਨੂੰ ਅਸੀਂ 25 ਲੱਖ ਰੁਪਇਆ ਫੜਾਤਾ। ਇੱਕ ਅਨਪੜ੍ਹ ਮਤਲਬ ਡੀਲਰ ਜਿਹਨੂੰ ਕਹਿੰਦੇ ਆ ਕਿ ਪਾਸਪੋਰਟ ਏਜੰਟ ਨੂੰ ਤੁਸੀਂ ਉਹ ਆਪਣੇ ਸਾਰਾ ਕੁਛ ਦੇ ਰਹੇ ਹੋ ਬਿਨਾਂ ਵੈਰੀਫਿਕੇਸ਼ਨ ਦੇ। ਹੁਣ ਮਤਲਬ ਜੇ ਤੁਸੀਂ ਭਗੌੜਿਆਂ ਦੀ ਲਿਸਟ ਦੇਖੋਗੇ, ਟਰੈਵਲ ਏਜੰਟਸ ਨੇ ਜਿਨ੍ਹਾਂ ਦੇ ਖਿਲਾਫ ਇੰਨੀਆਂ ਸ਼ਿਕਾਇਤਾਂ ਨੇ ਅਤੇ ਕੋਈ ਮਤਲਬ ਕੋਈ ਕਾਰਵਾਈ ਖਾਸ ਹੁੰਦੀ ਨਹੀਂ ਹੈ। ਹੁਣ ਇਹਦੇ ਵਿੱਚ ਜਿਹੜੀ ਹੈਗੀ ਆ, ਜੇ ਆਪਾਂ ਮੇਜਰ ਇਸ਼ੂਜ਼ ਦੇ ਉੱਪਰ ਗੱਲ ਕਰੀਏ ਤਾਂ ਮੈਂ ਹੀ ਸਮਝਦੀ ਹਾਂ ਕਿ ਅੱਜ ਇਹ ਏਜੰਡਾ ਜਿਹੜਾ ਹੈਗਾ ਬਹੁਤ ਗੰਭੀਰ ਹੈ। ਲੇਕਿਨ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਇਹ ਏਜੰਡਾ ਨਹੀਂ ਹੈ, ਕਿਉਂਕਿ ਸਾਰੀਆਂ ਸਰਕਾਰਾਂ, ਸਾਰੀਆਂ ਪੋਲੀਟੀਕਲ ਪਾਰਟੀਜ਼ ਨੂੰ ਇਹ ਲੱਗਦਾ ਹੈ ਕਿ ਕੁਛ ਫ੍ਰੀ ਦੇ ਕੇ ਜਦੋਂ ਇਲੈਕਸ਼ਨ ਆਏਗੀ, ਉਹ ਸਭ ਦੀ ਜਿਹੜੀ ਹੈਗੀ ਆ ਭਾਵਨਾਵਾਂ ਨੂੰ ਹਵਾ ਦੇ ਕੇ ਕੁਛ ਫ੍ਰੀ ਕਰਕੇ ਉਹ ਜਿਹੜਾ ਹੈਗਾ ਉਹ ਸਾਰੀ ਕਰਾਊਡ ਜਿਹੜੀ ਇਕੱਠੀ ਕਰਕੇ ਉਹਨਾਂ ਤੋਂ ਫਟਾਫਟ ਬਟਨ ਦਬਵਾ ਕੇ ਜਿਹੜਾ ਹੈਗਾ ਇੱਕ ਵਾਰੀ ਸਾਡੇ ਕੋਲ ਰਾਜ ਭਾਗ ਆ ਜਾਵੇ, ਉਸ ਤੋਂ ਬਾਅਦ ਜਿਸ ਤਰ੍ਹਾਂ ਵੀ ਹੋਊਗਾ ਉਹ, ਉਸ ਤੋਂ ਬਾਅਦ ਇਹ ਅਸੀਂ ਹਾਸ਼ੀਏ 'ਤੇ ਵੀ ਨਹੀਂ ਰਹਿੰਦੇ। ਇੱਕ ਹੁੰਦਾ ਕੱਲ ਵੀ ਮੈਂ ਜ਼ਿਕਰ ਕਰ ਰਿਹਾ ਸੀਗਾ ਲਾਈਵ ਪ੍ਰੋਗਰਾਮ ਦੇ ਵਿੱਚ ਆਪਣੇ, ਕਿ ਇਹੀ ਗੱਲ ਸੀਗੀ ਕਿ ਇਹਨਾਂ ਸਰਕਾਰਾਂ ਦੇ ਵੱਲੋਂ ਕਿਉਂ ਨਹੀਂ ਜਿਹੜਾ ਸਾਡਾ ਨੌਜਵਾਨ ਹੈਗਾ ਉਸ ਨੂੰ ਇਸ ਯੋਗ ਦੇ ਵਾਸਤੇ ਬਣਾ ਦਿੱਤਾ ਜਾਂਦਾ, ਇੰਨੀ ਯੋਗਤਾ ਉਹਦੇ ਵਿੱਚ ਲੈ ਕੇ ਆਈ ਜਾਂਦੀ ਨਹੀਂ, ਲੈ ਕੇ ਆ ਪਾਉਂਦੇ ਹੈਗੇ ਕਿ ਜਿਹੜੀਆਂ ਆਹ ਮੁਫਤ ਸਹੂਲਤਾਂ ਦੇ ਰਹੇ ਨੇ ਉਹ ਆਪ ਉਸ ਜੋਗਾ ਹੋ ਜਾਵੇ, ਆਪ ਆਪਣੀ ਜੇਬ ਦੇ ਵਿੱਚੋਂ ਪੈਸਾ ਜਿਹੜਾ ਹੈਗਾ ਕਮਾ ਕੇ ਉਸ ਨੂੰ ਅਫੋਰਡ ਕਰ ਸਕੇ। ਹਰ ਚੀਜ਼ ਜਿਹੜੀ ਹੈਗੀ ਆ ਮੁਫਤਖੋਰੀ ਦੀ ਕਰ ਦਿੱਤੀ ਹੈਗੀ ਹੈ। ਮੁਫਤਖੋਰੀ ਦੀ ਸਿਆਸਤ ਜਿਹੜੀ ਹੈਗੀ ਹੈ ਉਹ ਭਾਰੀ ਪੈਂਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਸਾਡੀ ਤਾਂ ਧਰਤੀ ਉਹ ਹੈਗੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਉਪਦੇਸ਼ ਸੀਗੇ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਪਰ ਉਹ ਚੀਜ਼ ਨੂੰ ਜਿਹੜਾ ਹੈਗਾ ਮੁਫਤਖੋਰੀ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਨੌਜਵਾਨ ਜਿਹੜੇ ਹੈਗੇ ਨੇ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਨੇ, ਕਿਉਂਕਿ ਪੰਜਾਬ ਦੇ ਵਿੱਚ ਰੁਜ਼ਗਾਰ ਮਿਲਦਾ ਨਹੀਂ, ਨਸ਼ੇ ਵਾਲੇ ਪਾਸੇ ਨੂੰ ਬਹੁਤ ਕੇਸਿਸ ਵੱਧ ਰਹੇ ਨੇ। ਫਿਰ ਬਾਕੀ ਜਿਹੜੇ ਰਹਿੰਦੇ ਖੁੰਦੇ ਹੁੰਦੇ ਨੇ ਉਹਨਾਂ ਦਾ ਜੇਕਰ ਹੁਣ ਪੁੱਛਿਆ ਜਾਵੇ ਤੁਹਾਡਾ ਕੀ ਏਮ ਹੈਗਾ, ਤਾਂ ਕਹਿੰਦੇ ਜੀ ਮੈਂ ਤਾਂ ਕੈਨੇਡਾ ਜਾਣਾ ਹੈਗਾ। ਹਾਂ, ਤੁਸੀਂ ਕਿਸੇ ਵੀ ਅਸੀਂ ਜਿਹੜਾ ਹੈਗਾ ਇਹ ਕਰਦੇ ਹਾਂ ਪ੍ਰੀ ਵੈਡਿੰਗ ਐਂਡ ਪੋਸਟ ਵੈਡਿੰਗ ਕਾਉਂਸਲਿੰਗ ਕਾਲਜਿਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ, ਔਰ ਜਿਹੜਾ ਕੋਚਿੰਗ ਦੇ ਵਾਸਤੇ ਲਾਈਕ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ, ਤੁਹਾਨੂੰ ਕਿਸ ਪ੍ਰੋਫੈਸ਼ਨ 'ਚ ਜਾਣਾ ਚਾਹੀਦਾ, ਉਹ ਬਹੁਤ 6ਵੀਂ 7ਵੀਂ ਤੋਂ ਸ਼ੁਰੂ ਹੋ ਜਾਂਦਾ। ਅਸੀਂ ਉਹਨਾਂ ਦੇ ਵਿੱਚ ਸਾਨੂੰ ਮੌਕਾ ਮਿਲਦਾ ਕਿ ਅਸੀਂ ਬੱਚਿਆਂ ਨਾਲ ਰੂਬਰੂ ਹੋ ਸਕੀਏ। ਤਾਂ ਕਿਸੇ ਬੱਚੇ ਨੂੰ ਪਹਿਲਾਂ ਪੁੱਛਦੇ ਸੀ, ਉਹ ਕਹਿੰਦਾ ਸੀ ਮੈਂ ਸਾਇੰਟਿਸਟ ਬਣਨਾ ਚਾਹੁੰਦਾ, ਐਸਟਰੋਨੌਟ ਬਣਨਾ ਚਾਹੁੰਦਾ, ਮੈਂ ਪਾਇਲਟ ਬਣਨਾ ਚਾਹੁੰਦਾ। ਹੁਣ ਹਰ ਬੱਚੇ ਦੀ 90% ਬੱਚਿਆਂ ਦੀ ਇੱਕੋ ਹੀ ਇੱਛਾ ਹੈਗੀ ਹੈ ਕਿ ਮੈਂ ਕੈਨੇਡਾ ਜਾਣਾ। ਸਭ ਤੋਂ ਪਹਿਲਾ ਵਰਡ ਹੈਗਾ ਕੈਨੇਡਾ।
ਠੀਕ ਹੈ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਯਾਦ ਆਉਂਦਾ ਅੱਛਾ ਕੈਨੇਡਾ ਤੋਂ ਬਾਅਦ ਅਮਰੀਕਾ, ਫਿਰ ਉਹਨਾਂ ਨੂੰ ਯਾਦ ਆਉਂਦਾ ਆਸਟ੍ਰੇਲੀਆ, ਫਿਰ ਨਿਊਜ਼ੀਲੈਂਡ, ਫਿਰ ਮਤਲਬ ਜਿਹੜੇ ਕੰਟਰੀਜ਼ ਨੂੰ ਤੁਸੀਂ ਅੱਗੇ ਅੱਗੇ ਉਹ ਕਰਦੇ ਜਾਓਗੇ ਤਕਰੀਬਨ ਇਹ 17-18 ਕੰਟਰੀਜ਼ ਹੈ ਜਿਨ੍ਹਾਂ ਦੇ ਵਿੱਚ ਪੰਜਾਬੀ ਜਿਹੜੇ ਹੈਗੇ ਆ ਮੈਕਸਿਮਮ ਜਾਣਾ ਚਾਹੁੰਦੇ ਆ। ਅਸੀਂ ਇੱਕ ਜੋਕ ਸੁਣਾਇਆ ਕਰਦੇ ਸੀ ਕਿ ਤੁਸੀਂ ਇਸ ਤਰ੍ਹਾਂ ਕਰੋ, ਸਾਰੀ ਕੰਟਰੀਜ਼ ਦੀ 에ਅਰਲਾਈਨਸ ਨੂੰ ਖੜੇ ਕਰ ਦਿਓ ਔਰ ਪੰਜਾਬੀਆਂ ਨੂੰ ਕਹੋ ਵੀ ਜਿਸ ਪਲੇਨ 'ਚ ਚੜ੍ਹਨਾ ਚੜ੍ਹ ਜਾਓ, ਮਤਲਬ ਅੱਜ ਸਾਰੇ ਲੈ ਕੇ ਜਾਣਗੇ ਤੁਹਾਨੂੰ। ਤਾਂ ਉਹ ਮਤਲਬ ਜਿਹੜਾ ਹੈਗਾ ਸ਼ਾਇਦ ਸ਼ਾਮ ਤੱਕ ਪੰਜਾਬ ਖਾਲੀ ਹੋ ਜਾਏਗਾ, ਕਿਉਂਕਿ ਹਰ ਕੋਈ ਪੰਜਾਬ ਨੂੰ ਪਿਆਰ ਕਰਦਾ ਪਰ ਪਤਾ ਨਹੀਂ ਕਿਉਂ, ਜਾਂ ਪਤਾ ਵੀ ਹੈ ਉਸ ਲਈ ਸ਼ਾਇਦ ਅੱਜ ਸਮਾਂ ਨਹੀਂ, ਅਤੇ ਉਹ ਜਿਹੜੇ ਹੈਗੇ ਆ ਉਹ ਇੱਥੋਂ ਜਾਣਾ ਲੋਚਦੇ ਆ। ਉਹਨਾਂ ਨੂੰ ਆਪਣੇ ਬੱਚਿਆਂ ਦਾ ਆਪਣਾ ਭਵਿੱਖ ਇੱਥੇ ਨਜ਼ਰ ਨਹੀਂ ਆਉਂਦਾ। ਇੱਥੇ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਸਿਸਟਮ ਫੇਲੀਅਰ ਹੈ। ਜਦੋਂ ਕੋਈ ਫੇਲੀਅਰ ਸਿਸਟਮ ਹੁੰਦਾ ਜਾਂ ਕੋਈ ਵੀ ਸਿਸਟਮ ਕਿਤੇ ਵੀ ਹੈ, ਉਹਦੇ ਵਿੱਚ ਸਿਸਟਮ ਕਦੀ ਨਹੀਂ ਬਦਲਦਾ। ਸਿਰਫ ਜਿਹੜਾ ਪੁਰਜਾ ਖੜਕਾ ਕਰਨ ਲੱਗ ਜਾਂਦਾ, ਆਵਾਜ਼ ਕਰਨ ਲੱਗ ਜਾਂਦਾ ਜਾਂ ਖਰਾਬੀ ਦੇਣ ਲੱਗ ਜਾਂਦਾ, ਤਾਂ ਉਸ ਪੁਰਜੇ ਨੂੰ ਬਦਲ ਦਿੱਤਾ ਜਾਂਦਾ। ਤਾਂ ਮੇਰੇ ਕਹਿਣ ਦੀ ਮਤਲਬ ਸਿਰਫ ਇੰਨਾ ਆ, ਜੇ ਇਸ ਦਾ ਨਤੀਜਾ ਕੱਢੀਏ ਤਾਂ ਇਹ ਹੈ ਕਿ ਜਦੋਂ ਮਤਲਬ ਹਿੰਦੁਸਤਾਨ ਦੀ ਆਬਾਦੀ ਦਾ ਅਗਰ ਅਸੀਂ ਦੇਖੀਏ ਕਿ ਜਿਨ੍ਹਾਂ ਦੇ ਹੱਥ ਦੇ ਵਿੱਚ ਰਾਜ ਹੈ, ਪਾਵਰ ਹੈ, ਜਾਂ ਸਮਝੋ IAS ਆਫਿਸਰਸ ਨੇ ਜਾਂ IPS ਆਫਿਸਰਸ ਨੇ ਜਾਂ ਜੱਜਿਸ ਦੀ ਆਨਰੇਬਲ ਜੱਜਿਸ ਦਾ ਜੋ ਹੈ ਜੋ ਬਹੁਤ ਉਹਨਾਂ ਦੇ ਮਾਈਂਡ ਸੈਂਸਿਟਿਵ ਐਂਡ ਕ੍ਰੀਏਟਿਵ ਐਂਡ ਲਾਅ ਦੇ ਨਾਲ ਰਿਲੇਟਡ ਚੱਲਦੇ ਆ, ਉਹਨਾਂ ਨੂੰ ਸਮਝ ਹੁੰਦੀ ਹੈ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਉਹ ਅਗਰ ਮੰਨ ਲਈਏ ਇਹ 2 ਜਾਂ 3% ਆਬਾਦੀ ਹੋਏਗੀ ਹਿੰਦੁਸਤਾਨ ਦੀ, ਅਗਰ ਇਹ ਸਿਸਟਮ ਬਦਲਣਾ ਜਾਂ ਅਸੀਂ ਦੇਸ਼ ਨੂੰ ਬਦਲਣਾ ਜਾਂ ਅਸੀਂ ਆਪਣੇ ਯੂਥ ਤੋਂ ਉਹ ਚੀਜ਼ ਕੱਢਣੀ ਹੈ ਕਿ ਉਹ ਸਾਡੇ ਲਈ ਇੱਕ ਭੀੜ ਨਾ ਬਣ ਕੇ ਇੱਕ ਐਸੈਟ ਬਣਨ, ਤਾਂ ਮੇਰਾ ਖਿਆਲ ਹੈ ਫਿਰ ਉਹ 2-3% ਆਬਾਦੀ ਨੂੰ ਬਦਲਣਾ ਪਏਗਾ ਇੰਸਟੈਡ ਆਫ ਕਿ ਮਤਲਬ ਸਾਰੀ ਪ੍ਰਜਾ ਬਦਲੇ। ਹੁਣ ਰਾਜੇ ਨੂੰ ਜਿਹੜਾ ਹੈਗਾ ਬਦਲਣ ਦਾ ਵਕਤ ਹੈ ਕਿ ਰਾਜਾ ਆਪਣਾ ਦਿਮਾਗ ਬਦਲਣ ਤਾਂ ਕਿ ਪ੍ਰਜਾ ਨੂੰ ਸੁੱਖ ਮਿਲ ਸਕੇ। ਮੈਨੂੰ ਤਾਂ ਇਹ ਲੱਗਦਾ ਹੈ। ਬਾਕੀ ਜਿਹੜਾ ਹੈਗਾ ਅਸੀਂ ਤਾਂ ਇੰਨਾ ਹੀ ਰੌਲਾ ਪਾਉਂਦੇ ਰਹੇ 2002 ਤੋਂ ਲੈ ਕੇ, ਕਹਿੰਦੇ ਰਹੇ ਕਿ ਕ੍ਰਾਈਮ ਅਗੇਂਸਟ ਵੂਮਨ ਦੇ ਵਿੱਚ ਇੱਕ ਸੈਕਸ਼ਨ ਤਾਂ ਬਣਾ ਦਿਓ NRIs ਦੇ ਅਗੇਂਸਟ, ਜਾਂ NRIs ਵੱਲੋਂ ਕੀਤੇ ਹੋਏ ਕ੍ਰਾਈਮ ਨੂੰ ਇੱਕ ਅਲੱਗ ਡਾਟਾ ਕੈਲਕੂਲੇਟ ਕੀਤਾ ਜਾਵੇ, ਸਟੇਟ ਵਾਈਜ਼ ਕਲੈਕਟ ਕੀਤਾ ਜਾਵੇ। ਹਾਲੇ ਤਾਂ ਨੈਸ਼ਨਲ ਲੈਵਲ 'ਤੇ ਉਹ ਵੀ ਨਹੀਂ ਹੈ। ਔਰ ਤੁਸੀਂ ਹੈਰਾਨ ਹੋਵੋਗੇ ਹਾਲੇ ਤੱਕ ਸਾਡੇ ਮਿਨਿਸਟਰੀ ਆਫ ਵੂਮਨ ਐਂਡ ਚਾਈਲਡ ਵੈਲਫੇਅਰ ਕੋਲ ਜਾਂ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਕੋਲੇ ਜਾਂ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਕੋਲੇ ਸਾਡੇ ਕੋਲੇ ਡਾਟਾ ਹੀ ਨਹੀਂ ਹੈ ਕਿ ਕਿੰਨੇ ਮਤਲਬ ਜਿਹੜੀਆਂ ਲੜਕੀਆਂ ਨੇ ਉਹ ਸਤਾਈਆਂ ਹੋਈਆਂ ਨੇ ਜਾਂ ਕਿੰਨੇ ਲੜਕੇ ਨੇ ਉਹ ਸਤਾਏ ਹੋਏ ਨੇ। ਸਿਰਫ ਉਹਨਾਂ ਚੀਜ਼ਾਂ ਨੂੰ ਇੱਕ ਡਾਟਾ ਬਣਾਇਆ ਜਾ ਰਿਹਾ। ਜਿਸ ਤਰ੍ਹਾਂ ਅਸੀਂ ਸ਼ੁਰੂ ਦੇ ਵਿੱਚ ਕਿਹਾ ਕਿ 3600 ਕਾਲਸ ਰਿਸੀਵ ਹੋਈਆਂ ਮਿਨਿਸਟਰੀ ਵੱਲੋਂ, ਕੰਪਲੇਂਟਸ ਰਿਸੀਵ ਹੋਈਆਂ, ਜਾਂ ਇਹ ਹੋਇਆ ਕਿ ਉਹਦੇ ਵਿੱਚੋਂ 3000 ਪੰਜਾਬ ਨੂੰ ਬਿਲੋਂਗ ਕਰਦੇ ਆ, ਜਾਂ 150 ਕਰੋੜ ਰੁਪਏ ਦਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਕਾਰੋਬਾਰ ਹੈਗਾ, ਜਾਂ ਇੱਕ ਟ੍ਰਿਬਿਊਨ ਦੇ ਵਿੱਚ ਖਬਰ ਛਪੀ ਸੀ ਪਤਾ ਨਹੀਂ 60,000 ਕਰੋੜ ਰੁਪਇਆ ਜਿਹੜਾ ਹੈਗਾ ਹਰ ਸਾਲ ਇਸ ਤਰ੍ਹਾਂ ਮਤਲਬ ਖਰਚ ਕੀਤਾ ਜਾਂਦਾ ਜਿਹੜੇ ਫੋਰਨ ਜਾਂਦੇ ਆ ਬੱਚੇ। ਇਹ ਸਾਰੇ ਡਾਟਾਸ ਹੋਏ ਮੀਡੀਆ ਵੱਲੋਂ ਇਹ ਪੇਸ਼ ਕੀਤੇ ਜਾਂਦੇ ਆ, ਜੋ ਸਾਡੀ ਮਤਲਬ ਪਹਿਲੀ ਉਹ ਸੀਗੀ ਕਿ 20 ਤੋਂ 25,000 ਜਿਹੜੀ ਬੱਚੀਆਂ ਨੇ ਉਹ ਇੱਦਾਂ ਦੀਆਂ ਪੰਜਾਬ 'ਚ ਨੇ। ਉਹ ਸਾਰਾ ਜਿਹੜਾ ਹੈਗਾ ਉਹ ਅੱਜ ਵੀ ਜਿਉਂ ਦਾ ਤਿਉਂ ਕੋਟ ਕੀਤਾ ਜਾਂਦਾ, ਜਦੋਂ ਕਿ ਅੱਜ ਜਿਹੜਾ ਹੈਗਾ ਹੁਣ ਇਸ ਗੱਲ ਨੂੰ ਮੈਨੂੰ ਇਸ ਦੇ ਉੱਤੇ ਕੰਮ ਕਰਦੇ ਨੂੰ 19 ਸਾਲ ਹੋ ਗਏ ਨੇ, ਲੇਕਿਨ ਜਿਹੜਾ ਹੈਗਾ ਇਹ ਸਰਕਾਰਾਂ ਇਹਦੇ 'ਚ ਕੁਛ ਮਹੀਨਿਆਂ ਦੇ ਵਿੱਚ ਜਾਂ ਮਤਲਬ ਇਸ 'ਤੇ ਬਹੁਤ ਆਸਾਨੀ ਨਾਲ ਦੂਸਰੀ ਹੁਣ ਤਾਂ ਹਿੰਦੁਸਤਾਨ ਦੀ ਜਿਹੜੀ ਹੈਗੀ ਆ ਸਰਕਾਰ ਦੀ ਗੱਲ ਪੂਰੇ ਦੇਸ਼ਾਂ ਦੇ ਵਿੱਚ ਬੜੇ ਮਾਣ ਸਤਿਕਾਰ ਨਾਲ ਸੁਣੀ ਜਾਂਦੀ ਹੈ। ਤਾਂ ਮੇਰਾ ਖਿਆਲ ਹੈ ਕਿ ਗੌਰਮੈਂਟ ਆਫ ਇੰਡੀਆ ਨੂੰ ਔਰ ਗੌਰਮੈਂਟ ਆਫ ਸਟੇਟਸ ਨੂੰ ਇਹ ਇਸ਼ੂ ਨੂੰ ਬੜੇ ਧਿਆਨ ਦੇ ਨਾਲ ਚੁੱਕਦੇ ਹੋਏ ਇਸ ਦੇ ਉੱਤੇ ਕੋਈ ਨਾ ਕੋਈ ਅਸਰਦਾਇਕ ਜਿਹੜਾ ਹੈਗਾ ਕਾਨੂੰਨ ਜਾਂ ਇਹਦੇ ਉੱਤੇ ਗੱਲਬਾਤ ਕਰਨੀ ਚਾਹੀਦੀ ਹੈ। ਜਦੋਂ ਕਿ ਇਹ ਬਹੁਤ ਸੌਖਾ ਹੈਗਾ ਕਿ ਇੰਟਰਨੈਸ਼ਨਲ ਲੈਵਲ ਦੇ ਉੱਪਰ ਤੁਸੀਂ ਜਿੱਥੇ ਮੈਰਿਜ ਹੋਈ ਹੈ, ਜਿਸ ਤਰ੍ਹਾਂ ਜਿਸ ਕਾਨੂੰਨ ਦੇ ਤਹਿਤ ਮੈਰਿਜ ਹੋਈ ਹੈ ਉਸ ਮੁਤਾਬਕ ਹੀ ਉਹ ਤਲਾਕ ਹੋਏਗਾ, ਜਦੋਂ ਕਿ ਉਹ ਸਿਟੀਜ਼ਨ ਇੰਡੀਆ ਦਾ ਬਾਹਰ ਜਾ ਕੇ ਕਿੱਦਾਂ ਐਕਸਪਰਟੀ ਤਲਾਕ ਲੈ ਕੇ ਆ ਜਾਂਦਾ। ਅਗਰ ਉਹ ਪ੍ਰੀ ਨੈਪਚੁਅਲ ਐਗਰੀਮੈਂਟਸ ਹੁਣ ਕਰਨਾ ਚਾਹੁੰਦੇ ਨੇ ਤਾਂ ਉਹ ਕੀਤੇ ਜਾਣੇ ਚਾਹੀਦੇ ਨੇ। ਹੁਣ ਸਮੇਂ ਦੀ ਜ਼ਰੂਰਤ ਹੈ, ਜਦੋਂ ਅਸੀਂ ਹੁਣ ਇੱਕ ਕਲਿੱਕ ਦੇ ਉੱਪਰ ਸਾਰੀ ਚੀਜ਼ ਅਵੇਲੇਬਲ ਹੈਗੀ ਆ।
ਜੇ ਟੈਕਨੋਲੋਜੀ ਫਾਸਟ ਹੋ ਗਈ ਹੈ ਤਾਂ ਮੇਰੇ ਖਿਆਲ ਹੈ ਸਾਨੂੰ ਇਹਦੇ ਤੋਂ ਅਸੀਂ ਦੌੜ ਨਹੀਂ ਸਕਦੇ ਹੁਣ। ਤਾਂ ਮੇਰਾ ਖਿਆਲ ਹੈ ਕਿ ਹੁਣ ਇਹਦੇ 'ਚ ਨਵੀਆਂ ਚੀਜ਼ਾਂ ਜ਼ਰੂਰ ਐਡ ਹੋਣਗੀਆਂ। ਇਸ ਨੂੰ ਅਗਰ ਤੁਸੀਂ ਮੀਡੀਆ ਦੇ ਸਾਰੇ ਮਤਲਬ ਮੈਂ ਮੰਗਦੀ ਹਾਂ ਸਹਿਯੋਗ ਕਿ ਉਹ ਇਸ ਨੂੰ ਇੱਕ ਮੰਚ 'ਤੇ ਲਿਆ ਕੇ ਇੱਕ ਐਸਾ ਮੰਥਨ ਕਰਨ ਕਿ ਆਪਣੇ ਆਪ ਸਰਕਾਰਾਂ ਨੂੰ ਇਹਦੇ ਉੱਤੇ ਬਿਆਨ ਦੇ ਕੇ ਜਾਂ ਇਹਦੇ ਵੱਲ ਧਿਆਨ ਦੇ ਕੇ ਇਹਦੇ ਉੱਤੇ ਕਾਰਵਾਈ ਕਰਨ ਦੀ ਜਿਹੜੀ ਹੈਗੀ ਆ ਜ਼ਰੂਰਤ ਪੈ ਜਾਵੇ। ਕਿਉਂਕਿ ਆਪਾਂ ਲੰਬੀ ਚੌੜੀ ਗੱਲਬਾਤ ਕੀਤੀ, ਬਟ ਤੁਸੀਂ ਜਿਵੇਂ 19 ਸਾਲ ਤੋਂ ਕੰਮ ਕਰ ਰਹੇ ਹੈਗੇ ਹੋ, ਬਹੁਤ ਸਾਰੇ ਕੇਸਿਸ ਤੁਹਾਡੇ ਕੋਲ ਆਏ ਹੈਗੇ ਨੇ, ਤੁਸੀਂ ਉਹਨਾਂ ਨਾਲ ਡੀਲ ਵੀ ਕਰ ਰਹੇ ਹੈਗੇ ਹੋ। ਹੁਣ ਜਿਹੜੇ ਆਹ ਨਵੇਂ ਕੇਸ ਜਿਹੜਾ ਆਪਾਂ ਸ਼ੁਰੂਆਤ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਇੱਕ ਕੇਸ ਆਉਣ ਤੋਂ ਬਾਅਦ ਉਹ ਹੁਣ ਬਲਾਸਟ ਹੋ ਚੁੱਕਿਆ ਹੈਗਾ, ਬਹੁਤ ਸਾਰੇ ਕੇਸਿਸ ਆਉਣ ਲੱਗ ਗਏ ਹੈਗੇ ਨੇ। ਤਾਂ ਇਸ ਤੋਂ ਕੀ ਬਚਿਆ ਜਾ ਸਕਦਾ ਹੈਗਾ? ਕਿਉਂਕਿ ਮੈਨੂੰ ਨਹੀਂ ਲੱਗਦਾ, ਜਿੱਥੋਂ ਤੱਕ ਮੇਰੀ ਥਿੰਕਿੰਗ ਹੈਗੀ ਕਿ ਬਾਹਰ ਜਾਣ ਦੀ ਇੱਛਾ ਮਨਾਂ ਦੇ ਵਿੱਚ ਰਹੂਗੀ, ਉਹ ਚੀਜ਼ ਨੂੰ ਉਹ ਦਰਨਕਾਰ ਨਹੀਂ ਕਰ ਸਕਦੇ ਹੈਗੇ। ਤਾਂ ਪਰ ਫਿਰ ਵੀ ਕੋਈ ਇਹੋ ਜਿਹਾ ਉਪਾਅ ਹੈਗਾ ਕਿ ਇਹਨਾਂ ਮੁੰਡਿਆਂ ਨੂੰ ਅਸੀਂ ਬਚਾ ਸਕੀਏ, ਪੰਜਾਬ ਦੀ ਨੌਜਵਾਨੀ ਨੂੰ ਬਚਾ ਲਈਏ, ਮੁੰਡੇ ਕੁੜੀਆਂ ਦੋਨਾਂ ਨੂੰ ਹੀ ਅਸੀਂ ਬਚਾ ਲਈਏ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਜੀ, ਸਰਕਾਰਾਂ ਵੱਲੋਂ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆਉਣਾ ਇਹ ਇੱਕ ਵੱਡਾ ਮਤਲਬ ਮਸਲਾ ਹੈਗਾ, ਜਿਹਨੂੰ ਸਰਕਾਰਾਂ ਜਦੋਂ ਚਾਹਣਗੀਆਂ ਉਦੋਂ ਹੀ ਹੋਏਗਾ। ਲੇਕਿਨ ਸਮਾਜਿਕ ਤੌਰ ਦੇ ਉੱਤੇ ਜਦੋਂ ਆਪਾਂ ਇੱਕ ਪਿੰਡ ਦੇ ਵਿੱਚ ਰਹਿੰਦੇ ਹੁੰਦੇ ਹਾਂ ਜਾਂ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਇੱਕ ਪੁਲਿਸ ਤੋਂ ਡਰਦੇ ਹੋਏ, ਇਹ ਮਤਲਬ 90% ਲੋਕ ਜਿਹੜੇ ਹੈਗੇ ਆ ਉਹ ਉਹਨਾਂ ਗੱਲਾਂ ਨੂੰ ਮੰਨ ਲੈਂਦੇ ਆ। ਜਿਸ ਤਰ੍ਹਾਂ ਕਿ ਮੰਨ ਲਓ ਕਿ ਅਸੀਂ ਕਿਸੇ ਲੜਕੀ ਜਾਂ ਲੜਕੇ ਨੇ ਮੈਰਿਜ ਕੀਤੀ ਹੈਗੀ ਆ, ਉਹਨਾਂ ਦੇ ਵਿੱਚ ਕੁਛ ਐਸੇ ਮਤਲਬ ਲੋਕ ਹੋਣ, 5-4 ਲੋਕ ਹੋਣ ਜਿਨ੍ਹਾਂ ਦੋਨਾਂ ਪਾਰਟੀਆਂ ਵੱਲੋਂ ਜ਼ਿੰਮੇਵਾਰ ਹੋਣ, ਹੈ ਨਾ। ਇਹ ਨਹੀਂ ਹੈ ਕਿ ਮਤਲਬ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਬਣ ਕੇ ਤੁਸੀਂ ਪਿੰਡ ਦੇ ਵਿੱਚ ਇੱਕ ਦੂਸਰੇ ਦੀ ਬੱਚੀਆਂ ਜਾਂ ਬੱਚਿਆਂ ਦੇ ਨਾਲ ਖੇਡਦੇ ਰਹੋ। ਉਹ ਮੇਰਾ ਖਿਆਲ ਹੈ ਗਲਤ ਹੈਗਾ ਕਿ ਇੱਕ ਦੂਸਰੇ ਨੂੰ ਮੋਰਲੀ ਜਿਹੜਾ ਹੈਗਾ ਉਹ ਖੜੇ ਹੋਣਾ ਪਊਗਾ ਇਸ ਗੱਲ ਵਾਸਤੇ। ਦੂਸਰਾ ਜਿਹੜਾ ਹੈਗਾ ਕਿ ਇਹਦੇ ਵਿੱਚ ਇਹ ਨਹੀਂ ਹੈ ਕਿ ਬਿਲਕੁਲ ਹੀ ਕਾਨੂੰਨੀ ਕੁਝ ਵੀ ਅਵੇਲੇਬਲ ਨਹੀਂ ਹੈਗਾ। ਕਾਨੂੰਨੀ ਤੌਰ ਦੇ ਉੱਤੇ ਜੋ ਰੈਮੇਡੀਜ਼ ਲੜਕੀਆਂ ਵਾਲੇ ਕੇਸਿਸ ਦੇ ਵਿੱਚ ਅਸੀਂ ਲੜਕਿਆਂ ਲਈ ਮੰਗਦੇ ਹਾਂ, ਉਹੀ ਸੇਮ ਰੈਮੇਡੀਜ਼ ਅਸੀਂ ਇਹਦੇ ਵਿੱਚ ਸਮਝਦੇ ਕਿ ਉਹ ਅਵੇਲੇਬਲ ਨੇ। ਲੇਕਿਨ ਜਿਹੜੀ ਫਾਈਨਲ ਚੀਜ਼ ਹੈਗੀ ਹੈ ਕਿ ਸੁਸਾਈਡ ਕਰਨਾ, ਮੇਰਾ ਖਿਆਲ ਹੈ ਇਹ ਕਿਸੇ ਚੀਜ਼ ਦਾ ਹੱਲ ਨਹੀਂ ਹੈ। ਹਾਂ, ਅਸੀਂ ਜ਼ਰੂਰ ਇਹ ਕਹਿ ਸਕਦੇ ਹਾਂ ਕਿ ਜੇ ਕਿਸੇ ਨੂੰ ਇਹ ਲੱਗਦਾ ਹੈ ਤਾਂ ਅਸੀਂ ਉਹਦੇ 'ਤੇ ਕਾਉਂਸਲਿੰਗ ਫ੍ਰੀ ਕਰਦੇ ਹਾਂ, ਅਸੀਂ ਉਹਦੇ 'ਤੇ ਗਾਈਡੈਂਸ ਫ੍ਰੀ ਦਿੰਦੇ ਹਾਂ। ਉਹਨਾਂ ਨੂੰ ਅਗਰ ਉੱਥੇ ਤਲਾਕ ਲੈ ਕੇ ਆ ਗਏ ਹੈ, ਐਕਸਪਾਰਟੀ ਤਲਾਕ ਹੈਗਾ ਔਰ ਲੜਕਾ ਇੱਥੇ ਹੈਗਾ, ਤਾਂ ਉਹ ਮਾਨਿਆ ਨਹੀਂ ਹੈਗਾ ਦੂਸਰੇ ਕੰਟਰੀ ਦਾ ਤਲਾਕ। ਜਿਸ ਵਿੱਚ ਕੋਈ ਬੱਚੀ ਹੈਗੀ ਹੈ ਉਹਦੇ ਬਾਰੇ ਵੀ ਉਹ ਹੈਗਾ। ਮਤਲਬ ਇਹ ਨਹੀਂ ਹੈ ਕਿ 420 120 ਤੋਂ ਇਲਾਵਾ ਮਤਲਬ ਕੁਝ ਵੀ ਉਹ ਨਹੀਂ ਹੈ। ਹਾਲਾਂਕਿ ਲੜਕੀਆਂ ਦੇ ਕੇਸਾਂ 'ਚ ਥੋੜ੍ਹਾ ਜਿਹਾ ਮਤਲਬ ਜ਼ਿਆਦਾ ਸਾਡੇ ਕੋਲ ਹੈਗੀ ਹੈ ਲੀਗਲ ਅਵੇਲੇਬਿਲਿਟੀ। ਲੇਕਿਨ ਫਿਰ ਵੀ ਜੇ ਤੁਸੀਂ ਉਸ ਦੀ ਚਾਹੁੰਦੇ ਹੋ ਕਿ ਐਕਸਟ੍ਰੈਡੀਸ਼ਨ ਹੋਵੇ ਇੰਡੀਆ ਦੇ ਵਿੱਚ, ਪੋਸੀਬਲ ਹੈ। ਮੰਗ ਰੱਖੀ ਜਾਂਦੀ ਕਿ ਡਿਪੋਰਟ ਕੀਤਾ ਜਾਵੇ, ਤਾਂ ਕਿ ਇਹ ਕੈਨੇਡਾ ਦੀ ਸਰਕਾਰਾਂ ਨਾਲ ਤਾਲਮੇਲ ਹੋਏ। ਜਦੋਂ ਅਸੀਂ ਇਹ ਸ਼ੁਰੂ ਕੀਤਾ ਸੀਗਾ 2002 ਦੀ ਗੱਲ ਆਪਾਂ ਬਾਰ-ਬਾਰ ਦੁਹਰਾ ਰਹੇ ਹਾਂ, ਤਾਂ ਇੱਕ ਉੱਥੇ ਉਹਨਾਂ ਦੇ ਨੈਸ਼ਨਲ ਟੀਵੀ ਇੱਕ ਗਰੁੱਪ ਆਫ ਮੀਡੀਆ ਹੈਗਾ, ਟੀਵੀ ਚੈਨਲਸ ਐਂਡ ਨਿਊਜ਼ਪੇਪਰਸ, ਦ ਪ੍ਰੋਵਿੰਸ ਐਂਡ ਕੈਲਗਰੀ ਹਰਲਡ। ਉੱਥੇ ਉਹਨਾਂ ਦੇ ਜਿਹੜੇ ਹੈਗੇ ਆ ਫੈਬੀਅਨ ਡੌਸਨ ਕਰਕੇ ਉਹਨਾਂ ਦੇ ਇੱਕ ਟੀਮ ਆਈ ਸੀ ਉਹਨਾਂ ਦੀ ਲੀਡ ਦੇ ਵਿੱਚ। ਤਾਂ ਅਸੀਂ ਮਤਲਬ ਇੱਕ 40 ਲੜਕੀਆਂ ਨੂੰ ਇੰਟਰਵਿਊ ਕੀਤਾ ਪੰਜਾਬ ਦੇ ਵਿੱਚੋਂ, ਔਰ ਉਹਨਾਂ ਲੜਕੀਆਂ ਦੇ ਹਸਬੈਂਡਸ ਨੂੰ ਉਹਨਾਂ ਦੇ ਇੱਕ ਦੇ ਘਰ ਜਾ ਕੇ ਡੋਰ ਨੌਕ ਕਰਕੇ ਪੁੱਛਿਆ ਕਿ ਤੁਸੀਂ ਜਿਹੜਾ ਹੈਗਾ ਆਪਣੀ ਜਿਹੜੀ ਵਾਈਫ ਹੈ ਜਾਂ ਨੂੰਹ ਹੈ ਉਹਨੂੰ ਪੰਜਾਬ 'ਚ ਕਿਉਂ ਛੱਡਿਆ ਹੋਇਆ ਹੈ। ਤਾਂ ਜਦੋਂ ਇਹ ਹੋਇਆ ਤਾਂ ਉਦੋਂ ਬਾਅਦ ਜਿਹੜਾ ਹੈਗਾ ਉੱਥੇ ਇੱਕਦਮ ਮਤਲਬ ਬਹੁਤ ਜ਼ਿਆਦਾ ਹੋ ਗਿਆ, ਜਿਹਨੂੰ ਕਹਿ ਦੋ ਨਾ ਵੀ ਸਤਬਦ ਹੋ ਗਏ ਸਾਰੇ, ਬੜੇ ਹੈਰਾਨ ਹੋ ਗਏ ਵੀ ਇਹ ਕੀ ਹੋ ਗਿਆ। ਅਸੀਂ ਤਾਂ ਸਮਝਦੇ ਸੀ ਕਿ ਉੱਥੋਂ ਕੋਈ ਇੱਥੇ ਤੱਕ ਆ ਹੀ ਨਹੀਂ ਸਕਦਾ, ਕੁਝ ਹੋ ਨਹੀਂ ਸਕਦਾ। ਫਿਰ ਜਿਹੜਾ ਹੈਗਾ ਉਹਨਾਂ ਨੇ ਉੱਥੇ ਜਿਹੜੀਆਂ ਲਾਅ ਦੇ ਵਿੱਚ ਚੇਂਜਿਸ ਵੀ ਹੋਈਆਂ, ਟਾਈਮ ਫਰੇਮ ਦੇ ਵਿੱਚ ਚੇਂਜਿਸ ਹੋਏ, ਬਹੁਤ ਕੁਝ ਬਦਲਿਆ। ਇਕੱਲਾ ਉੱਥੇ ਨਹੀਂ, ਬਹੁਤ ਸਾਰੀ ਕੰਟਰੀਜ਼ ਦੇ ਵਿੱਚ ਬਹੁਤ ਕੁਝ ਬਦਲਿਆ, ਜਿਹਨੂੰ ਮੈਂ ਸਮਝਦੀ ਹਾਂ ਕਿ ਮੇਰੇ ਲਈ ਵੀ ਅਚੀਵਮੈਂਟ ਸੀਗੀ। ਈਵਨ ਕਿ ਹਾਊਸ ਆਫ ਕਾਮਨਸ ਲੰਡਨ ਦੇ ਵਿੱਚ ਮੈਨੂੰ ਵੀ ਜਿਹੜਾ ਹੈਗਾ ਇਸ ਮੇਰੇ ਲੀਗਲ ਔਰ ਸੋਸ਼ਲ ਵਰਕ ਲਈ ਮੈਨੂੰ ਅਵਾਰਡ ਕੀਤਾ ਗਿਆ। ਡਿਫਰੈਂਟ ਕੰਟਰੀਜ਼ ਦੀ ਪਾਰਲੀਮੈਂਟ ਦੇ ਵਿੱਚ ਸਾਨੂੰ ਬੁਲਾਇਆ ਜਾਂਦਾ। ਲੇਕਿਨ ਜਿਹੜਾ ਉਹ ਲੜਕੀਆਂ ਵਾਲਾ ਇਹੋ ਸੀਗਾ, ਉਹ ਸੇਮ ਹੁਣ ਜਿਹੜਾ ਹੈਗਾ ਇਸ ਦੇ ਵਿੱਚ ਦੁਹਰਾਇਆ ਜਾ ਰਿਹਾ। ਉਸ ਵਕਤ 5 ਦਿਨ
5 ਪੇਜ ਡੇਲੀ ਉਸ ਨਿਊਜ਼ਪੇਪਰ ਨੇ ਬੜੇ ਛਾਪੇ ਸੀਗੇ ਕਿ ਜਸਟਿਸ ਲਈ ਕਿੱਦਾਂ ਸਾਡੀਆਂ ਇੰਡੀਅਨ ਗਰਲਸ ਕਰਾਈ ਕਰ ਰਹੀਆਂ, ਉਹਨਾਂ ਦੇ ਹੱਥਾਂ 'ਚ ਚੂੜੇ ਪਾਏ ਹੋਇਆ ਪਰ ਅੱਖਾਂ ਦੇ ਵਿੱਚੋਂ ਆਂਸੂ ਵਹਿ ਰਹੇ ਹੈ। ਬੱਚਿਆਂ ਨੂੰ ਲੈ ਕੇ ਇਹ ਨਹੀਂ ਕਿ ਮਤਲਬ ਕਿੰਨੇ ਸਾਲ ਦੀ ਹੈ, ਉਹ 25 ਸਾਲ 20 ਸਾਲ ਤੋਂ ਲੈ ਕੇ 70 ਸਾਲ ਦੀ ਹੈ, ਉਹ ਐਜੂਕੇਟਡ ਤੋਂ ਲੈ ਕੇ ਅਨਐਜੂਕੇਟਡ ਸਾਰੀ ਕੈਟੇਗਰੀਜ਼ ਦੀਆਂ ਨੇ, ਡਾਕਟਰਸ ਪ੍ਰੋਫੈਸਰ ਸਭ ਨੇ। ਹੁਣ ਇਸ ਦੇ ਵਿੱਚ ਵੀ ਜਿਹੜਾ ਹੈਗਾ ਸੇਮ ਉਹ ਕੀਤਾ ਜਾ ਰਿਹਾ ਹੈ ਕਿ ਇਹ ਨਹੀਂ ਹੈ ਕਿ ਉਸਨਾਂ ਦੇ ਵਿੱਚ ਕੋਲ ਕੋਈ ਜ਼ਰੀਆ ਨਹੀਂ ਹੈ, ਸਿਰਫ ਇਹ ਜਿਹੜਾ ਹੁਣ ਹੋ ਰਿਹਾ ਇਹਨਾਂ ਨੂੰ ਲੋਕਾਂ ਦੀਆਂ ਗੱਲਾਂ ਨੂੰ ਬਾਹਰ ਆਉਣਾ ਚਾਹੀਦਾ, ਲੋਕਾਂ ਨੂੰ ਖੁੱਲ੍ਹ ਕੇ ਬੋਲਣਾ ਚਾਹੀਦਾ ਇਸ ਦੇ ਉੱਤੇ। ਜਿਹੜਾ ਸਰਕਾਰ ਦਾ ਇੱਕ ਉਹ ਹੈਗਾ ਉਹਨਾਂ ਨੂੰ ਪਤਾ ਚੱਲੇ ਕਿ ਲੋਕਾਂ ਦੇ ਅੰਦਰ ਸੁਸਾਇਟੀ ਦੇ ਵਿੱਚ ਲੋਕ ਕਿੰਨੇ ਪਰੇਸ਼ਾਨ ਨੇ। ਸ਼ਾਇਦ ਕਿੱਥੇ ਕਰ ਸਕਦੇ ਹੈਗੇ ਨੇ, ਉਹ ਕਿੱਥੇ ਜਾ ਸਕਦੇ ਨੇ? ਫੋਰਮ ਬਹੁਤ ਨੇ, ਲੇਕਿਨ ਜਸਟਿਸ ਕਿੱਥੋਂ ਮਿਲੇਗਾ ਇਹ ਨਹੀਂ ਕਹਿ ਸਕਦੇ। ਕਮਿਸ਼ਨ NRI ਕਮਿਸ਼ਨ ਬਣਿਆ ਹੋਇਆ, ਪੰਜਾਬ ਪਹਿਲਾ ਸੂਬਾ ਸੀ ਸ਼ਾਇਦ ਜਾਂ ਦੂਸਰਾ ਜਿਸ ਨੇ NRI ਉਹਦੇ ਉੱਤੇ ਕਮਿਸ਼ਨ ਬਣਾਇਆ, ਲੇਕਿਨ ਉਹ ਪੰਜਾਬ ਦੇ NRIs ਦੀ ਵੈਲਫੇਅਰ ਲਈ ਸੀ, ਬਟ ਉੱਥੇ ਫਿਰ ਵੀ NRIs ਦੇ ਅਗੇਂਸਟ ਵੀ ਸ਼ਿਕਾਇਤਾਂ ਲਿੱਤੀਆਂ ਜਾਂਦੀਆਂ। ਦੂਸਰਾ ਕੋਰਟ ਦਾ ਰਾਹ ਤਾਂ ਹਮੇਸ਼ਾ ਖੁੱਲ੍ਹਾ ਹੀ ਹੁੰਦਾ, ਪੁਲਿਸ ਸਟੇਸ਼ਨ ਜਿਹੜਾ ਹੈਗਾ ਉੱਥੇ ਵੀ ਕੀਤੀ ਜਾ ਸਕਦੀ ਆ। ਹਾਲਾਂਕਿ ਕੁਝ ਕੇਸਿਸ ਦੇ ਵਿੱਚ NRI ਪੁਲਿਸ ਸਟੇਸ਼ਨ ਬਣੇ ਹੋਏ ਨੇ, ਉੱਥੇ ਹੀ ਦਿੱਤੀਆਂ ਜਾ ਸਕਦੀਆਂ। ਮਤਲਬ ਇਸ ਤਰ੍ਹਾਂ ਡਿਫਰੈਂਟ ਹੈ। ਵਿਮਨ ਕਮਿਸ਼ਨ ਦੇ ਵਿੱਚ ਅਪਰੋਚ ਕੀਤਾ ਜਾ ਸਕਦੀ ਹੈ, ਜਿੱਥੇ ਕਿ ਇਹ ਕਿਹਾ ਜਾਂਦਾ ਸੀਗਾ ਕਿ ਵਿਮਨ ਦੇ ਅਗੇਂਸਟ ਅਗਰ ਕੋਈ ਸ਼ਿਕਾਇਤ ਹੈ ਤਾਂ ਉਹ ਨਹੀਂ ਲਈ ਜਾਏਗੀ, ਵਿਮਨ ਵੱਲੋਂ ਅਗਰ ਕੋਈ ਸ਼ਿਕਾਇਤ ਹੈ ਤਾਂ ਉਹ ਲਿੱਤੀ ਜਾਏਗੀ। ਤਾਂ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਫੋਰਮਸ ਹੈਗੇ ਆ, ਜੇ ਕਿਸੇ ਨੂੰ ਕੋਈ ਇਸ ਦੇ ਉੱਤੇ ਦਿੱਕਤ ਹੈਗੀ ਹੈ ਦੇ ਕੈਨ ਅਪਰੋਚ ਅਸ, ਵੀ ਕੈਨ ਗਾਈਡ ਅਕੋਰਡਿੰਗਲੀ, ਬਿਕੋਜ਼ ਹਰ ਕੇਸ ਇੱਕ ਆਪਣੇ ਆਪ ਦੇ ਵਿੱਚ ਇੱਕ ਡਿਫਰੈਂਟ ਕੇਸ ਹੁੰਦਾ ਹੈ। ਕੋਰਟ ਥਾਣਾ ਇਹ ਸਾਰੀ ਜਗ੍ਹਾ ਤਾਂ ਹਮੇਸ਼ਾ ਖੁੱਲ੍ਹੀ ਹੁੰਦੀ ਹੈ, ਜਿਸ ਬਾਰੇ ਹਰ ਇੱਕ ਬੰਦੇ ਨੂੰ ਪਤਾ ਹੁੰਦਾ। ਬਸ ਮੈਨੂੰ ਹਮੇਸ਼ਾ ਐਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਪੁਲਿਸ ਸਟੇਸ਼ਨ ਵਾਲਾ ਰਸਤਾ ਜਿਹੜਾ ਜ਼ਿਆਦਾ ਸੌਖਾ ਹੈਗਾ। ਪ੍ਰਾਈਵੇਟ ਕੰਪਲੇਂਟ ਲੋਕ ਨਹੀਂ ਫਾਈਲ ਕਰਦੇ, ਅਤੇ ਪਰ ਫਿਰ ਵੀ ਸਾਲ 2 ਸਾਲ ਲੱਗ ਜਾਣਾ ਕੋਈ ਖਾਸ ਟਾਈਮ ਨਹੀਂ ਮੰਨਿਆ ਜਾਂਦਾ ਇਹਨਾਂ ਗੱਲਾਂ ਦੇ ਵਿੱਚ। ਬਹੁਤ ਛੇਤੀ ਹਿੰਮਤ ਹਾਰ ਜਾਂਦੇ ਨੇ, ਸੁਸਾਈਡ ਵਾਲਾ ਰਾਹ ਅਪਣਾ ਲੈਂਦੇ ਨੇ, ਤਾਂ ਕੀ ਉਹ ਜੇਕਰ ਕਾਨੂੰਨੀ ਤਰੀਕੇ ਦੇ ਨਾਲ ਇਸ ਲੜਾਈ ਨੂੰ ਲੜਨ ਤਾਂ ਉਹਨਾਂ ਨੂੰ ਇਨਸਾਫ ਮਿਲ ਸਕਦਾ ਹੈ? ਬਿਲਕੁਲ ਮਿਲ ਸਕਦਾ ਹੈ। ਮੈਂ 100% ਨਹੀਂ ਕਹਿ ਸਕਦੀ, ਲੇਕਿਨ ਕਿਤੇ ਨਾ ਕਿਤੇ ਕਹਿ ਲਓ ਕਿ 50 60 70% ਜਿਹਨੂੰ ਕਹਿ ਲਓ ਕਿ ਥੋੜ੍ਹਾ ਹੈਂਡੀਕੈਪਡ ਜਸਟਿਸ ਜਿਹੜਾ ਹੈਗਾ ਉਹ ਤਾਂ ਮਿਲ ਹੀ ਜਾਂਦਾ ਜੀ, ਜਿਸ ਨਾਲ ਉਹਨੂੰ ਵੀ ਤਸੱਲੀ ਹੁੰਦੀ ਹੈ ਕਿ ਮੈਂ ਲੜਿਆ ਤਾਂ ਸਹੀ, ਠੀਕ ਹੈ। ਉਹ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਤੁਹਾਨੂੰ ਲੜਨ ਤੋਂ ਬਾਅਦ ਹੋਰਾਂ ਲਈ ਜ਼ਰੂਰ ਜਿਹੜਾ ਹੈਗਾ ਉਹ ਰਸਤਾ ਜਿਹੜਾ ਖੋਲ੍ਹਦਾ ਜਾਂ ਬੰਦ ਕਰਦਾ, ਕ੍ਰਿਮੀਨਲਸ ਲਈ ਬੰਦ ਕਰਦਾ ਅਤੇ ਆਮ ਲੋਕਾਂ ਲਈ ਉਹ ਰਸਤਾ ਖੁੱਲ੍ਹਦਾ। ਤੁਹਾਨੂੰ ਪਤਾ ਕਿ ਪੰਜਾਬ ਸਰਕਾਰ ਦਾ ਇੱਕ ਅਦਾਰਾ ਵੀ ਹੈਗਾ, ਇੱਕ ਐਸਾ ਉਹ ਵੀ ਹੈਗਾ ਜਿੱਥੇ ਫੋਰਨ ਦੇ ਵਿੱਚ ਜੌਬਸ ਜਿਹੜੀਆਂ ਹੈਗੀਆਂ ਉਹਦੇ ਵਾਸਤੇ ਵੀ ਮਤਲਬ ਇੱਕ ਸਪੈਸ਼ਲ ਇਹਨਾਂ ਕੋਲ ਹੈਗਾ ਇੰਤਜ਼ਾਮ ਹੈਗਾ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਕਿੰਨੇ ਕੁ ਲੋਕਾਂ ਨੂੰ ਹਾਲੇ ਤੱਕ ਅੱਜ ਤੱਕ ਕਦੇ ਇਹਨਾਂ ਨੇ ਰੁਜ਼ਗਾਰ ਦਿੱਤਾ ਹੋਵੇ ਜਾਂ ਕੋਈ ਹੋਇਆ। ਲੇਕਿਨ ਅੱਜ ਜਿਸ ਤਰ੍ਹਾਂ ਦੀ ਵਰਲਡ ਦੇ ਵਿੱਚ ਕਹਿੰਦੇ ਨਾ ਕਿ ਗਲੋਬਲ ਵਿਲੇਜ ਬਣ ਗਿਆ ਹੈ ਦੁਨੀਆ, ਤਾਂ ਉਹਦੇ ਮੁਤਾਬਕ ਕੋਈ ਔਖਾ ਕੰਮ ਨਹੀਂ ਹੈ, ਕਿਉਂਕਿ ਪੰਜਾਬੀ ਹਰ ਤਰ੍ਹਾਂ ਦਾ ਕੰਮ ਕਰਨਾ ਜਾਣਦੇ ਆ। ਇਹ ਜਿਹੜੇ ਕੰਮ ਕਰ ਸਕਦੇ ਆ, ਟਰੱਕਿੰਗ ਹੈ, ਆਰਮੀ ਹੈ, ਮਤਲਬ ਸਿਕਿਉਰਿਟੀ ਹੈ, ਇਹ ਖੇਤੀਬਾੜੀ ਹੈ, ਇਹਨਾਂ ਕੰਮਾਂ ਦੇ ਵਿੱਚ ਇਹਨਾਂ ਦਾ ਮੇਰੇ ਖਿਆਲ ਦੁਨੀਆ 'ਚ ਕੋਈ ਮੁਕਾਬਲਾ ਨਹੀਂ ਹੈਗਾ। ਅਤੇ ਜੇ ਇਹਨਾਂ ਨੂੰ ਉਸ ਤਰ੍ਹਾਂ ਦੇ ਛੋਟੇ ਜਿਹੜੇ ਹੈਗੇ ਆ ਉਹ ਕੇਸ ਕਰਵਾ ਕੇ ਕੋਰਸਿਸ ਵਗੈਰਾ ਅਤੇ ਖੁਦ ਗੌਰਮੈਂਟਸ ਇਹਨਾਂ ਦੇ ਵਿੱਚੋਂ ਲੈਣ, ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਖਾਸ ਮਤਲਬ ਜਿਹੜੀ ਹੈਗੀ ਆ ਨਾ ਇੰਪੋਸੀਬਲ ਕੰਮ ਨਹੀਂ ਹੈਗਾ। ਆਖਿਰ ਦੇ ਵਿੱਚ ਕਿ ਜਿਵੇਂ ਆਪਣੇ ਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਪੰਜਾਬ ਦੇ ਵਿੱਚ ਸਾਹਮਣੇ ਆ ਰਹੀਆਂ ਨੇ, ਹਾਲਾਂਕਿ ਇਹ ਜਾਣਕਾਰੀ ਤਾਂ ਕੈਨੇਡਾ ਦੇ ਵਿੱਚ ਵੀ ਪਹੁੰਚਦੀ ਹੋਊਗੀ, ਵੱਖ-ਵੱਖ ਦੇਸ਼ਾਂ ਦੇ ਵਿੱਚ ਵੀ ਪਹੁੰਚਦੀ ਹੋਊਗੀ, ਤੁਹਾਡਾ ਤਾਲਮੇਲ ਸਾਰਿਆਂ ਦੇ ਨਾਲ ਹੈਗਾ, ਤਾਂ ਉੱਥੇ ਹੁਣ ਕੀ ਇਸ ਨੂੰ ਲੈ ਕੇ ਕੁਝ ਸਟ੍ਰਿਕਟਨੈਸ ਲੈ ਕੇ ਆ ਰਹੇ ਨੇ, ਕੁਝ ਰੂਲਸ ਲੈ ਕੇ ਆ ਰਹੇ ਨੇ ਕਿ ਇਸ ਨੂੰ ਅਵੋਇਡ ਕੀਤਾ ਜਾਵੇ? ਜਿਹੜੀਆਂ ਕੰਟਰੈਕਟ ਮੈਰਿਜਸ ਹੋ ਰਹੀਆਂ ਹੈਗੀਆਂ ਨੇ, ਜਿਹੜੇ ਮੁੰਡੇ ਕੁੜੀਆਂ ਨੂੰ ਲਿਆਉਂਦੇ ਨੇ ਜਾਂ ਜਿਹੜੀ ਕੁੜੀਆਂ ਮੁੰਡਿਆਂ ਨੂੰ ਲਿਆਉਂਦੀਆਂ ਨੇ, ਇਸ ਨੂੰ ਰੋਕਣ ਵਾਸਤੇ ਕੁਝ ਸਰਕਾਰਾਂ ਸੋਚ ਰਹੀਆਂ? ਉਹ ਜਿਹੜੇ ਲੋਕ ਹੈਗੇ ਆ ਉਹ ਇਸ ਤਰ੍ਹਾਂ ਨਾਲ ਕੰਮ ਕਰਦੇ ਆ ਕਿ ਮਤਲਬ ਜਿਹਨੂੰ ਕਹਿੰਦੇ ਸੀ ਨਾ ਅੰਗਰੇਜ਼ 100 ਸਾਲ ਅੱਗੇ ਦੀ ਪਲੈਨਿੰਗ ਕਰਕੇ ਚੱਲਦਾ ਸੀ, ਜਾਂ ਕਿਸੇ ਵੀ ਉਹਨਾਂ ਦੀਆਂ ਸਰਕਾਰਾਂ ਬੜੇ ਸੈਂਸਿਟਿਵ ਵੇ ਨਾਲ ਇਹਦੇ 'ਤੇ ਡਾਟਾਸ ਕਲੈਕਟ ਕਰਦੀਆਂ ਅਤੇ ਉਹ ਕੰਮ ਕਰਕੇ ਇਹਦੇ ਉੱਤੇ ਕਾਨੂੰਨ ਦੇ ਵਿੱਚ ਟਾਈਮ ਟੂ ਟਾਈਮ ਸੋਧ ਲਿਆਉਂਦੇ ਆ। ਤੁਹਾਨੂੰ ਯਾਦ ਹੋਊਗਾ ਕਿ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿਰਫ ਇੰਡੀਅਨਸ ਲਈ ਜਿਹੜਾ ਹੈਗਾ ਆਈਲੈਟਸ ਸੀਗਾ, ਹੋਰ ਜਿਹੜੇ ਕੰਟਰੀਜ਼ ਤੋਂ ਆਉਂਦੇ ਸੀ ਲਾਈਕ ਮੈਕਸੀਕਨਸ ਸੀਗੇ ਜਾਂ ਹੋਰ ਜਿਹੜੇ ਸੀਗੇ ਉਹਨਾਂ ਕੰਟਰੀਜ਼ ਲਈ ਆਈਲੈਟਸ ਨਹੀਂ ਸੀਗਾ। ਤਾਂ ਇਹਨਾਂ ਨੇ ਕੀ ਕੀਤਾ ਕਿ ਮਤਲਬ ਸਾਡੇ ਪੰਜਾਬੀ ਜਿਹੜੇ ਨੁਮਾਇੰਦੇ ਸੀ ਉਹਨਾਂ ਨੇ ਕਿਹਾ ਕਿ ਦੇਖੋ ਇੰਡੀਅਨਸ ਨਾਲ ਇਹ ਕਿਉਂ ਕੀਤਾ ਜਾ ਰਿਹਾ, ਪੰਜਾਬੀਆਂ ਨੂੰ ਵੀ ਉਸ ਤਰ੍ਹਾਂ ਹੀ ਛੂਟ ਮਿਲਣੀ ਚਾਹੀਦੀ ਹੈ।
ਤਾਂ ਉਹਨਾਂ ਨੇ ਸਾਡੇ ਲਈ ਵੀ ਆਈਲੈਟਸ ਖੋਲ੍ਹਤਾ, ਤਾਂ ਕੋਈ ਵਿਦਆਊਟ ਆਈਲੈਟਸ ਵੀ ਜਾ ਸਕਦੇ ਸੀਗੇ, ਲੇਕਿਨ ਫਿਰ ਉੱਥੇ ਐਸੇ ਹਾਲਾਤ ਪੈਦਾ ਹੋ ਗਏ ਕਿ ਜਿਸ ਦੇ ਨਾਲ ਉੱਥੇ ਦੁਬਾਰਾ ਫਿਰ ਆਈਲੈਟਸ ਸਾਡੇ ਲਈ ਸ਼ੁਰੂ ਹੋਇਆ। ਤਾਂ ਇਹਦਾ ਮਤਲਬ ਹੈ ਕਿ ਪਹਿਲਾਂ ਸਿਰਫ ਸਾਡੇ ਲਈ ਆਈਲੈਟਸ ਰੱਖਣਾ, ਕੁਝ ਕੌਮਾਂ ਲਈ ਆਈਲੈਟਸ ਰੱਖਣਾ ਜਾਂ ਕੁਝ ਕੰਟਰੀਜ਼ ਲਈ ਆਈਲੈਟਸ ਰੱਖਣਾ ਇੱਕ ਮਤਲਬ ਜਿਹੜਾ ਹੈਗਾ ਨੀਤੀ ਦਾ ਹਿੱਸਾ ਸੀ। ਸੇਮ ਵੇ ਉਸ ਨੂੰ ਹਟਾਉਣਾ, ਲਗਾਉਣਾ, ਦੁਬਾਰਾ ਲਗਾਉਣਾ, ਉਹ ਸਾਰਾ ਕਿਸੇ ਨੀਤੀ ਦਾ ਹਿੱਸਾ ਸੀ। ਅਤੇ ਜਦੋਂ ਮੈਂ ਇੱਕ ਵਾਰੀ ਸਭ ਤੋਂ ਪਹਿਲਾਂ ਕਿਸੇ ਕੰਟਰੀ 'ਚ ਗਈ ਤਾਂ ਉਹਨਾਂ ਨੇ ਕਿਹਾ ਜੀ ਕਿ ਇਹ ਸਾਹਮਣੇ ਜਿਹੜਾ ਬ੍ਰਿਜ ਹੈਗਾ ਇਹਦੇ ਉੱਪਰ ਇਹ ਜਾਲੀ ਇਸ ਲਈ ਲਗਾਈ ਗਈ ਹੈ ਕਿ ਇੱਕ ਛੋਟੇ ਬੱਚੇ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਉਹ ਬੱਚਾ ਜਿਹੜਾ ਹੈਗਾ ਥੱਲੇ ਗਿਰ ਗਿਆ, ਅਤੇ ਉਸ ਤੋਂ ਬਾਅਦ ਇਹਨਾਂ ਨੇ ਸਾਰੇ ਮਤਲਬ ਜਿਹੜਾ ਹੈਗਾ ਆਕਲੈਂਡ ਦੇ ਵਿੱਚ ਸਾਰੀ ਜਗ੍ਹਾ 'ਤੇ ਇਹਨਾਂ ਨੇ ਉਹ ਜਾਲੀਆਂ ਲਗਾਤੀਆਂ। ਮਤਲਬ ਇੱਕ ਹਿਊਮਨ ਦੀ ਵੈਲਿਊ ਹੈ। ਅਸੀਂ ਅੱਜ ਉੱਥੇ ਖੜ੍ਹੇ ਹਾਂ ਜਿੱਥੇ ਆਪਣੇ ਬੱਚੇ, ਮਾਂ ਜਾਂ ਪਿਓ ਜਾਂ ਜਿਸ ਲਈ ਵੀ ਅਸੀਂ ਇਨਸਾਫ ਲੈਣਾ, ਉਹਦੀ ਲਾਸ਼ ਨੂੰ ਜਿਹੜਾ ਹੈਗਾ ਸੜਕ 'ਤੇ ਜਾਂ ਪੁਲਿਸ ਸਟੇਸ਼ਨ ਦੇ ਸਾਹਮਣੇ ਰੱਖ ਕੇ ਇਹ ਕਿਹਾ ਜਾਂਦਾ ਕਿ ਉਦੋਂ ਤੱਕ ਕ੍ਰਿਮੇਸ਼ਨ ਨਹੀਂ ਕੀਤੀ ਜਾਊਗੀ ਜਦੋਂ ਤੱਕ ਇਹਦੇ ਖਿਲਾਫ FIR ਨਹੀਂ ਕੀਤੀ ਜਾਊਗੀ। ਅਸੀਂ ਇਨਸੈਂਸਿਟਿਵ ਹੋ ਰਹੇ ਹਾਂ, ਅਸੀਂ ਇਨਹਿਊਮਨ ਹੋ ਰਹੇ ਹਾਂ। ਅਸੀਂ ਸਿਰਫ 10 ਤੋਂ 10 ਨੰਬਰ ਕਿਹਨੂੰ ਦੇ ਰਹੇ ਹਾਂ? ਪੋਲੀਟਿਕਸ ਨੂੰ, ਸਿਆਸਤ ਨੂੰ, ਜਿਹਦਾ ਅਸੀਂ ਪਾਰਟ ਕਦੀ ਵੀ ਨਹੀਂ ਹੁੰਦੇ। ਅਸੀਂ ਸਿਰਫ ਇੱਕ ਉਸ ਦਾ ਜਿਹੜਾ ਹੈਗਾ ਇੱਕ ਪ੍ਰਜਾ ਦੇ ਤੌਰ 'ਤੇ ਪਾਰਟ ਹੁੰਦੇ ਹਾਂ, ਜਿਹਦਾ ਕੋਈ ਖਾਸ ਰੋਲ ਨਹੀਂ ਹੈ ਵੋਟਾਂ ਵਾਲੇ ਦਿਨਾਂ ਤੋਂ ਇਲਾਵਾ। ਠੀਕ ਹੈ, ਇਸ ਕਰਕੇ ਮੈਨੂੰ ਇਹ ਲੱਗਦਾ ਕਿ ਉੱਥੇ ਜਿਹੜੀਆਂ ਚੀਜ਼ਾਂ ਨੇ ਉਹ ਡਾਟਾ ਕਲੈਕਟ ਹੁੰਦਾ, ਟਾਈਮ ਟੂ ਟਾਈਮ ਰਿਵਿਊ ਹੁੰਦਾ। ਮੀਡੀਆ ਦੇ ਵਿੱਚ ਜਦੋਂ ਉਹਨਾਂ ਦੇ ਆਪਣਾ ਮੀਡੀਆ ਇਹਦੇ ਬਾਰੇ ਲਿਖਦਾ, ਜਾਂ ਹੁਣ ਤਾਂ ਪੰਜਾਬੀ ਹਰ ਜਗ੍ਹਾ 'ਤੇ ਆਪਣੇ ਪੱਤਰ ਜਿਹੜੇ ਘਰ ਹੈਗੇ ਆ ਉਹ ਆਪਣੇ ਨਿਊਜ਼ਪੇਪਰ ਵੀ ਕੱਢ ਰਿਹਾ, ਚੈਨਲਸ ਵੀ ਚਲਾ ਰਿਹਾ, ਰੇਡੀਓ ਸਟੇਸ਼ਨਸ ਚਲਾ ਰਹੇ, ਉਹਨਾਂ ਦੀ ਕਿਤੇ ਨਾ ਕਿਤੇ ਤਾਂ ਜ਼ਰੂਰ ਮਤਲਬ ਉਨੀ ਤਾਂ ਨਹੀਂ ਉਹਨਾਂ ਦੇ ਆਪਣੇ ਮੀਡੀਆ ਜਿੰਨੀ, ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਦਾ ਜ਼ਰੂਰ ਉਹਨਾਂ ਬੇਸ ਜ਼ਰੂਰ ਹੁੰਦਾ। ਤਾਂ ਉਹਦੇ ਨਾਲ ਉਹ ਚੀਜ਼ਾਂ ਜ਼ਰੂਰ ਦੇਖੀਆਂ ਜਾਂਦੀਆਂ। ਕੈਨੇਡਾ ਦਾ ਬਹੁਤ ਜ਼ਿਆਦਾ ਰਿਵਿਊ ਕਰਦਾ ਇਸ ਚੀਜ਼ ਨੂੰ। ਤੁਸੀਂ ਦੇਖਿਆ ਹੀ ਹੈ ਕਿਸ ਤਰ੍ਹਾਂ ਉੱਥੇ ਪਹਿਲਾਂ ਲੜਾਈਆਂ ਹੋਈਆਂ ਸੀਗੀਆਂ, ਇੱਕਦਮ ਉਹਨਾਂ ਨੇ ਡਿਪੋਰਟ ਕਰਤਾ। ਇਹ ਵੀ ਹੋ ਗਿਆ ਹੁਣ ਕਿ ਉਹਦੇ ਵਿੱਚ ਸਿਟੀਜ਼ਨਸ਼ਿਪ ਦੀ ਕੈਟੇਗਰੀਜ਼ ਹੋ ਗਈਆਂ ਆ ਕਿ ਜੇ ਉਹ ਬੰਦਾ ਕਿੰਨੀ ਦੇਰ ਵੀ ਰਿਹਾ ਹੋਵੇ, ਅਗਰ ਇਸ ਕ੍ਰਾਈਮ 'ਚ ਫਾਲ ਕਰਦਾ ਤਾਂ ਉਹਨੂੰ ਕਦੀ ਵੀ ਵਾਪਸ ਕੀਤਾ ਜਾ ਸਕਦਾ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਬੜੇ ਤਰਤੀਬਵਾਰ ਜਾਂ ਪਲਾਨ ਨਾਲ, ਬੜੇ ਸੈਂਸਿਟਿਵ, ਬੜੇ ਅੱਛੇ ਤਰੀਕੇ ਨਾਲ ਹਰ ਚੀਜ਼ ਨੂੰ ਰਿਵਿਊ ਕੀਤਾ ਜਾਂਦਾ ਹੈ। ਅਗਰ ਸਾਡੀਆਂ ਸਰਕਾਰਾਂ ਇਸ ਚੀਜ਼ ਨੂੰ ਉਠਾਉਣਗੀਆਂ ਤਾਂ ਮੇਰਾ ਖਿਆਲ ਹੈ ਕਿ ਬਹੁਤ ਵੱਡਾ ਮਸਲਾ ਨਹੀਂ ਹੈ। ਪਰ ਪੰਜਾਬੀਆਂ ਦੇ, ਚਾਹੇ ਉਹ ਬੱਚੀਆਂ ਨੇ ਚਾਹੇ ਬੱਚੇ ਹੈ ਸਾਡੇ, ਉਹਨਾਂ ਨੂੰ ਇਹੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਰੱਬ ਦੇ ਵਾਸਤੇ ਕੁਛ ਵੀ ਹੋਵੇ ਤੁਸੀਂ ਸੁਸਾਈਡ ਨਾ ਕਰੋ। ਠੀਕ ਹੈ, ਸੁਸਾਈਡ ਕਰਨਾ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ। ਮੇਰਾ ਖਿਆਲ ਹੈ ਕਿ ਜਿਉਣ ਦੇ 1000 ਮੌਕੇ ਤੁਹਾਨੂੰ ਜਾਂ 1000 ਜਿਹੜੇ ਹੈਗੇ ਆ ਕਾਰਨ ਮਿਲ ਜਾਣਗੇ। ਮਤਲਬ ਮਰ ਕੇ ਆਪਣੇ ਪਿਛਲਿਆਂ ਨੂੰ ਹੋਰ ਜ਼ਿਆਦਾ ਦੁੱਖ ਦੇ ਵਿੱਚ ਜਾਂ ਉਹ ਮਾਵਾਂ ਨੂੰ ਦੁੱਖਾਂ ਦੇ ਵਿੱਚ ਨਾ ਪਾਉਣ ਜਿਹੜੀਆਂ ਮਾਵਾਂ ਨੇ ਉਹਨਾਂ ਨੂੰ ਜਨਮ ਦਿੱਤਾ ਹੈ। ਮੈਮ ਬਹੁਤ ਬਹੁਤ ਧੰਨਵਾਦ ਵਿਸਤਾਰ ਦੇ ਵਿੱਚ ਗੱਲਬਾਤ ਕਰਨ ਦੇ ਲਈ। ਤਾਂ ਸੀਨੀਅਰ ਐਡਵੋਕੇਟ ਨੇ ਦਲਜੀਤ ਕੌਰ ਹੋਣੀ ਲੰਬੇ ਸਮੇਂ ਤੋਂ ਇਸੀ ਮਸਲੇ ਦੇ ਉੱਤੇ ਕੰਮ ਕਰ ਰਹੇ ਨੇ, ਪਰ ਜੋ ਤਸਵੀਰਾਂ ਹੁਣ ਪੰਜਾਬ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹ ਜ਼ਰੂਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸੀ, ਜਿਸ ਬਾਬਤ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਹਨਾਂ ਦੀ ਜੋ ਅਪੀਲ ਹੈ ਉਹ ਇਹੀ ਹੈਗੀ ਹੈ ਕਿ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਇੰਨੀ ਸੌਖੀ ਨਾ ਛੱਡ ਦਿੱਤੀ ਜਾਵੇ, ਸੁਸਾਈਡ ਵਾਲੇ ਰਾਹ ਨੂੰ ਨਾ ਚੁਣਿਆ ਜਾਵੇ, ਬਲਕਿ ਉਹ ਲੜਾਈ ਜਿਹੜੀ ਹੈਗੀ ਹੈ ਉਹ ਵੀ ਲੜੀ ਜਾ ਸਕਦੀ ਹੈਗੀ ਹੈ, ਇਨਸਾਫ ਜਿਹੜਾ ਹੈਗਾ ਉਸ ਦੇ ਵਿੱਚ ਮਿਲ ਸਕਦਾ ਹੈ। ਪਰ ਜਿਸ ਤਰੀਕੇ ਦੇ ਨਾਲ ਜੋ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਇਸ ਦੇ ਵਿੱਚ ਆਪ ਵੀ ਸੁਚੇਤ ਹੋਣ ਦੀ ਲੋੜ ਹੈਗੀ ਹੈ ਕਿ ਬਾਹਰਲੇ ਦੇਸ਼ਾਂ ਦੀ ਜਿਹੜੀ ਲਾਲਚ ਹੈਗੀ ਆ ਉਹ ਵੀ ਇਸ ਕਦਰ ਨਾ ਆਪਣੇ ਮਨਾਂ ਦੇ ਉੱਤੇ, ਆਪਣੇ ਦਿਲ ਦੇ ਅੰਦਰ ਵਸਾ ਲਿੱਤੀ ਜਾਵੇ ਕਿ ਤੁਸੀਂ ਉਸ ਦੇ ਪਿੱਛੇ ਲੱਗ ਕੇ ਆਪਣਾ ਨੁਕਸਾਨ ਕਰੋ, ਆਪਣੇ ਪਰਿਵਾਰ ਦਾ ਨੁਕਸਾਨ ਕਰੋ ਔਰ ਹੋਰ ਤੁਹਾਡੇ ਨਾਲ ਸੰਬੰਧਿਤ ਜਿਹੜੇ ਵੀ ਜੀਅ ਜੁੜੇ ਹੋਏ ਨੇ ਉਹਨਾਂ ਦਾ ਨੁਕਸਾਨ ਕਰੋ। ਕੈਮਰਾਮੈਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, TV ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।